ਸਾਰਿਆਂ ਦਾ ਮੇਰੇ ਚੈਨਲ ਉੱਤੇ ਸਵਾਗਤ ਹੈ। ਅਸੀਂ ਇਸ ਚੈਨਲ ਉੱਤੇ ਗਿਆਨ ਵਿਗਿਆਨ ਨਾਲ ਸੰਬੰਧਿਤ ਰੌਚਕ ਤੱਥ ਬਾਰੇ ਗੱਲਬਾਤ ਕਰਦੇ ਰਹਿੰਦੇ ਹਾਂ। 18 ਮਾਰਚ ਨੂੰ ਹੋਣ ਵਾਲੇ ਪੇਪਰ ਦੀ ਤਿਆਰੀ ਲਈ ਮਿਸ਼ਨ 100% ਅਨੁਸਾਰ ਅਸੀਂ 8ਵੀਂ ਜਮਾਤ ਦੇ ਸਾਇੰਸ ਵਿਸ਼ੇ ਦੇ ਸਾਰੇ ਪਾਠਾਂ ਦੇ ਮਿਲਾਨ ਕਰੋ, ਸਹੀ ਗਲਤ, ਖਾਲੀ ਥਾਵਾਂ ਅਤੇ MCQ ਬਾਰੇ ਜਾਣਕਾਰੀ ਸਾਂਝੀ ਕਰ ਲਈ ਹੈ। ਅੱਜ ਅਸੀਂ 2 ਅੰਕਾਂ ਵਾਲੇ ਪ੍ਰਸ਼ਨਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਪਹਿਲਾ ਪ੍ਰਸ਼ਨ, ਦੁੱਧ ਲਈ ਪਾਲੇ ਜਾਂਦੇ 2 ਪਸ਼ੂਆਂ ਦੇ ਨਾਂ ਲਿਖੋ। ਦੁੱਧ ਲਈ ਘਰਾਂ ਵਿੱਚ ਕਈ ਪਸ਼ੂਆਂ ਨੂੰ ਪਾਲਿਆ ਜਾਂਦਾ ਹੈ। ਉਦਾਹਰਣ ਵਜੋਂ ਗਾਂ, ਮੱਝ, ਬੱਕਰੀ। ਦੂਜਾ ਪ੍ਰਸ਼ਨ, ਸਿੰਚਾਈ ਦੇ ਕੋਈ 2 ਪੁਰਾਤਨ ਢੰਗਾਂ ਦੇ ਨਾਮ ਲਿਖੋ। ਤਲਾਬ, ਖੂਹ, ਟਿਊਬਵੈੱਲ, ਝੀਲਾਂ, ਨਦੀਆਂ ਆਦਿ ਪਾਣੀ ਦੇ ਸੋਮੇ ਹਨ। ਅੱਜਕੱਲ੍ਹ ਮੁੱਖ ਰੂਪ ਵਿੱਚ ਟਿਊਬਵੈੱਲਾਂ ਨੂੰ ਪਾਣੀ ਦੇਣ ਲਈ ਵਰਤਿਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਸਿੰਚਾਈ ਟੇਕਲੀ, ਛਾਗਲ ਜਾਂ ਕਿਰਨੀ ਪ੍ਰਣਾਲੀ, ਚੇਨ ਵਾਲੇ ਖੂਹ ਅਤੇ ਹਲਟ ਨਾਲ ਕੀਤੀ ਜਾਂਦੀ ਸੀ। ਕਿਰਨੀ ਪ੍ਰਣਾਲੀ ਖੂਹ ਵਿੱਚੋਂ ਕਿਰਨੀ ਅਤੇ ਰੱਸੀ ਨਾਲ ਪਾਣੀ ਕੱਢਣ ਦਾ ਢੰਗ ਸੀ। ਅਸੀਂ ਕੋਈ ਵੀ 2 ਪੁਰਾਣੇ ਢੰਗਾਂ ਬਾਰੇ ਲਿਖ ਸਕਦੇ ਹਾਂ, ਜਿਵੇਂ ਹਲਟ ਅਤੇ ਟੇਕਲੀ। ਤੀਜਾ ਪ੍ਰਸ਼ਨ, ਸੂਖਮਜੀਵਾਂ ਦੇ ਸਮੂਹਾਂ ਜਾਂ ਗਰੁੱਪਾਂ ਦੇ ਨਾਂ ਲਿਖੋ। ਸੂਖਮਜੀਵਾਂ ਦੀਆਂ 5 ਸਮੂਹ ਹਨ। ਇਹ ਹਨ ਜੀਵਾਣੂ, ਉੱਲੀਆਨ, ਪ੍ਰੋਟੋਜੋਆ, ਕਾਈਆਨ, ਵਿਸ਼ਾਣੂ। ਚੌਥਾ ਪ੍ਰਸ਼ਨ, ਭੋਜਨ ਦਾ ਵਿਸ਼ੈਲਾਪਨ ਕੀ ਹੈ? ਕੁਝ ਹਾਨੀਕਾਰਕ ਸੂਖਮਜੀਵ ਭੋਜਨ ਵਿੱਚ ਵਿਸ਼ੈਲਾ ਮਾਦਾ ਪੈਦਾ ਕਰਦੇ ਹਨ, ਜਿਸ ਨਾਲ ਭੋਜਨ ਖਾਣਯੋਗ ਨਹੀਂ ਰਹਿੰਦਾ। ਇਸ ਕਿਰਿਆ ਨੂੰ ਭੋਜਨ ਦਾ ਵਿਸ਼ੈਲਾਪਨ ਕਿਹਾ ਜਾਂਦਾ ਹੈ। ਕਲੋਸਟ੍ਰੀਡੀਅਮ ਅਤੇ ਐਸਪਰਜਿਲਸ ਆਦਿ ਸੂਖਮਜੀਵ ਭੋਜਨ ਦਾ ਵਿਸ਼ੈਲਾਪਨ ਪੈਦਾ ਕਰਨ ਵਾਲੇ ਸੂਖਮਜੀਵ ਹਨ। ਇਹਨਾਂ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕਾਰਨ ਹਨ ਜਿਨ੍ਹਾਂ ਕਰਕੇ ਭੋਜਨ ਦਾ ਵਿਸ਼ੈਲਾਪਨ ਹੁੰਦਾ ਹੈ। ਪੰਜਵਾਂ ਪ੍ਰਸ਼ਨ, ਪੌਦਿਆਂ ਵਿੱਚ ਉੱਲੀਆਨ ਨਾਲ ਹੋਣ ਵਾਲੇ 3 ਰੋਗਾਂ ਦੇ ਨਾਮ ਲਿਖੋ। ਪੌਦਿਆਂ ਵਿੱਚ ਉੱਲੀਆਨ ਨਾਲ ਕਈ ਤਰ੍ਹਾਂ ਦੇ ਰੋਗ ਪੈਦਾ ਹੁੰਦੇ ਰਹਿੰਦੇ ਹਨ, ਜਿਵੇਂ ਗੰਨੇ ਦੀ ਸੀੜੀ, ਕਣਕ ਦੀ ਕਾਂਗਿਆਰੀ, ਕਣਕ ਅਤੇ ਚੌਲਾਂ ਦੀ ਕੁੰਗੀ। ਛੇਵਾਂ ਪ੍ਰਸ਼ਨ, ਪਸ਼ੂਆਂ ਵਿੱਚ ਜੀਵਾਣੂਆਂ ਨਾਲ ਹੋਣ ਵਾਲੇ 2 ਰੋਗਾਂ ਦੇ ਨਾਮ ਲਿਖੋ। ਕੁਝ ਸੂਖਮਜੀਵ ਹਾਨੀਕਾਰਕ ਹੁੰਦੇ ਹਨ ਅਤੇ ਜੰਤੂਆਂ ਅਤੇ ਪੌਦਿਆਂ ਵਿੱਚ ਕਈ ਬਿਮਾਰੀਆਂ ਪੈਦਾ ਕਰਦੇ ਹਨ। ਪਸ਼ੂਆਂ ਨੂੰ ਐਂਥ੍ਰੈਕਸ ਤਪਦਿਕ ਬਿਮਾਰੀਆਂ ਜੀਵਾਣੂਆਂ ਕਾਰਨ ਲੱਗ ਜਾਂਦੀਆਂ ਹਨ, ਜਦੋਂ ਕਿ ਮੂੰਹ ਖੁਰ ਦਾ ਰੋਗ, ਹਲਕਾ ਵਿਸ਼ਾਣੂਆਂ ਅਤੇ ਅਸਪਰਜਿਲੋਸਿਸ ਬਿਮਾਰੀਆਂ ਉੱਲੀਆਨ ਕਰਕੇ ਹੋ ਜਾਂਦੀਆਂ ਹਨ। ਇਸ ਤਰ੍ਹਾਂ ਇਸ ਸਵਾਲ ਦਾ ਜਵਾਬ ਐਂਥ੍ਰੈਕਸ ਅਤੇ ਤਪਦਿਕ ਆਵੇਗਾ। 7ਵਾਂ ਪ੍ਰਸ਼ਨ, CNG ਅਤੇ LPG ਦਾ ਪੂਰਾ ਨਾਮ ਲਿਖੋ। ਅਸੀਂ ਰੋਜ਼ਾਨਾ ਜੀਵਨ ਵਿੱਚ ਪਥਰਾਟ ਬਾਲਣ ਦਾ ਇਸਤੇਮਾਲ ਕਰਦੇ ਰਹਿੰਦੇ ਹਾਂ, ਜਿਵੇਂ CNG ਅਤੇ LPG। ਇਸ ਸਵਾਲ ਵਿੱਚ ਸਾਨੂੰ ਇਹਨਾਂ ਦੇ ਪੂਰੇ ਨਾਮ ਬਾਰੇ ਪੁੱਛਿਆ ਗਿਆ ਹੈ। CNG ਭਾਵ ਕੰਪਰੈਸਡ ਨੈਚੁਰਲ ਗੈਸ ਜਾਂ ਨਪੀੜਤ ਕੁਦਰਤੀ ਗੈਸ ਕਹਿੰਦੇ ਹਾਂ। LPG ਨੂੰ ਅਸੀਂ ਲਿਕੁਇਡ ਪੈਟਰੋਲੀਅਮ ਗੈਸ ਜਾਂ ਦਰਵਿਤ ਪੈਟਰੋਲੀਅਮ ਗੈਸ ਕਹਿੰਦੇ ਹਾਂ। 8ਵਾਂ ਪ੍ਰਸ਼ਨ, ਉਹਨਾਂ ਸਥਿਤੀਆਂ ਦੀ ਸੂਚੀ ਬਣਾਓ ਜਿਨ੍ਹਾਂ ਦੇ ਅਧੀਨ ਬਲਨ ਹੋ ਸਕਦਾ ਹੈ। ਬਲਨ ਲਈ ਕੁਝ ਜ਼ਰੂਰੀ ਸ਼ਰਤਾਂ ਹੁੰਦੀਆਂ ਹਨ ਜਿਨ੍ਹਾਂ ਬਿਨਾਂ ਬਲਨ ਕਿਰਿਆ ਦਾ ਹੋਣਾ ਸੰਭਵ ਨਹੀਂ ਹੈ। ਪਹਿਲੀ, ਜਲਨਸ਼ੀਲ ਪਦਾਰਥ ਦਾ ਹੋਣਾ। ਦੂਜੀ, ਦਿੱਤੇ ਗਏ ਜਲਨਸ਼ੀਲ ਪਦਾਰਥ ਨੂੰ ਜਲਨ ਜਾਂ ਪ੍ਰਜਲਨ ਤਾਪਮਾਨ ਤੱਕ ਗਰਮ ਕਰਨਾ। ਤੀਜਾ, ਹਵਾ ਜਾਂ ਆਕਸੀਜਨ ਦਾ ਹੋਣਾ। 9ਵਾਂ ਪ੍ਰਸ਼ਨ, ਭਾਰਤ ਵਿੱਚ ਪਾਈਆਂ ਜਾਂਦੀਆਂ ਕੋਈ 2 ਅਲੋਪ ਹੋਣ ਦੇ ਕਗਾਰ ਤੇ ਪ੍ਰਜਾਤੀਆਂ ਦੇ ਨਾਂ ਲਿਖੋ। ਅਲੋਪ ਹੋਣ ਦੇ ਕਿਨਾਰੇ ਵਾਲੀਆਂ ਪ੍ਰਜਾਤੀਆਂ ਉਹ ਸਭ ਹਨ ਜਿਨ੍ਹਾਂ ਨੂੰ ਜੇਕਰ ਸੰਭਾਲਿਆ ਨਾ ਗਿਆ ਤਾਂ ਇਹ ਖਤਮ ਹੋ ਜਾਣਗੇ। ਭਾਰਤ ਵਿੱਚ ਬਾਘ ਅਤੇ ਕਾਲਾ ਹਿਰਨ ਖਤਰੇ ਦੀ ਕਗਾਰ ਵਾਲਾ ਜੀਵ ਹਨ। 10ਵਾਂ ਪ੍ਰਸ਼ਨ, ਕਿਸ਼ੋਰ ਅਵਸਥਾ ਦੀ ਪਰਿਭਾਸ਼ਾ ਲਿਖੋ। ਕਿਸ਼ੋਰ ਅਵਸਥਾ ਜੀਵਨ ਦਾ ਉਹ ਪੜਾਅ ਹੈ ਜਿਸ ਵਿੱਚ ਕੁਝ ਸਰੀਰਕ ਪਰਿਵਰਤਨਾਂ ਨਾਲ ਮਨੁੱਖ ਹੌਲੀ-ਹੌਲੀ ਪ੍ਰਜਨਨ ਕਰ ਸਕਣ ਦੀ ਅਵਸਥਾ ਵਿੱਚ ਪਹੁੰਚਦਾ ਹੈ। ਕਿਸ਼ੋਰ ਅਵਸਥਾ 10 ਜਾਂ 11 ਸਾਲ ਦੀ ਉਮਰ ਤੋਂ ਸ਼ੁਰੂ ਹੋ ਕੇ 18 ਜਾਂ 19 ਸਾਲ ਦੀ ਉਮਰ ਤੱਕ ਹੋ ਸਕਦੀ ਹੈ। ਇਹ ਹਰ ਕਿਸ਼ੋਰ ਦੇ ਖਾਣ-ਪੀਣ ਦੇ ਅਨੁਸਾਰ ਵੱਧ ਜਾਂ ਘੱਟ ਹੋ ਜਾਂਦੀ ਹੈ। ਕਿਸ਼ੋਰ ਅਵਸਥਾ ਵਿੱਚ ਪ੍ਰਜਨਨ ਅੰਗਾਂ ਦਾ ਵਿਕਾਸ ਹੁੰਦਾ ਹੈ। ਸਰੀਰ ਦੇ ਵੱਖ-ਵੱਖ ਭਾਗਾਂ ਵਿੱਚ ਵਾਲ ਆਉਂਦੇ ਹਨ। ਲੜਕੀਆਂ ਦੀਆਂ ਛਾਤੀਆਂ ਦਾ ਵਿਕਸਿਤ ਹੋਣਾ ਅਤੇ ਲੜਕਿਆਂ ਦੇ ਮੂੰਹ ਤੇ ਦਾੜ੍ਹੀ ਮੁੱਛਾਂ ਦਾ ਆਉਣਾ ਕਿਸ਼ੋਰ ਅਵਸਥਾ ਦੇ ਹੀ ਲੱਛਣ ਹਨ। ਕਿਸ਼ੋਰ ਅਵਸਥਾ ਦੌਰਾਨ ਲੜਕਿਆਂ ਦੀ ਆਵਾਜ਼, ਸੁਰ, ਤੰਤੂ ਵਿਕਸਿਤ ਹੋ ਜਾਣ ਕਾਰਨ ਭਾਰੀ ਹੋ ਜਾਂਦੀ ਹੈ। 11ਵਾਂ ਪ੍ਰਸ਼ਨ, ਅੰਤਰ ਰਿਸਾਵੀ ਗ੍ਰੰਥੀਆਂ ਨੂੰ ਨਾੜੀ ਰਹਿਤ ਗ੍ਰੰਥੀਆਂ ਕਿਉਂ ਆਖਦੇ ਹਨ? ਅੰਤਰ ਰਿਸਾਵੀ ਗ੍ਰੰਥੀਆਂ ਉਹ ਹਨ ਜਿਨ੍ਹਾਂ ਵਿੱਚੋਂ ਹਾਰਮੋਨ ਪੈਦਾ ਹੁੰਦੇ ਰਹਿੰਦੇ ਹਨ। ਇਹ ਹਾਰਮੋਨ ਨੂੰ ਸਿੱਧੇ ਲਹੂ ਵਿੱਚ ਪ੍ਰਵਾਹ ਕਰਦੀਆਂ ਹਨ।
ਇਸ ਲਈ ਅੰਤਰਕ੍ਰਿਸਾਵੀ ਗ੍ਰੰਥੀਆਂ ਵਿੱਚ ਹਾਰਮੋਨ ਦੇ ਰਿਸਾਵ ਲਈ ਕੋਈ ਨਾੜੀ ਨਹੀਂ ਹੁੰਦੀ ਹੈ। ਇਸ ਲਈ ਅਸੀਂ ਇਹਨਾਂ ਨੂੰ ਨਾੜੀ ਰਹਿਤ ਗ੍ਰੰਥੀਆਂ ਕਹਿੰਦੇ ਹਾਂ। 12ਵਾਂ ਪ੍ਰਸ਼ਨ, ਅਸੀਂ ਟਰੋਲੀ ਬੈਗ ਖਿੱਚਣ ਲਈ ਰੋਲਰਸ ਦੀ ਵਰਤੋਂ ਕਿਉਂ ਕਰਦੇ ਹਾਂ? ਜਦੋਂ ਅਸੀਂ ਕਿਸੇ ਵੀ ਵਸਤੂ ਨੂੰ ਖਿੱਚਦੇ ਜਾਂ ਧੱਕਦੇ ਹਾਂ ਤਾਂ ਉਸ ਦੇ ਉਲਟ ਦਿਸ਼ਾ ਵਿੱਚ ਬਲ ਲੱਗਦਾ ਹੈ, ਜਿਸ ਨੂੰ ਰਗੜ ਬਲ ਕਿਹਾ ਜਾਂਦਾ ਹੈ। ਰਗੜ ਬਲ ਨੂੰ ਘੱਟ ਕਰਨ ਲਈ ਅਸੀਂ ਵਸਤੂਆਂ ਨੂੰ ਵੇਲਣੀ ਭਾਵ ਰੋਲਰ ਵਰਗੀ ਵਸਤੂਆਂ ਨਾਲ ਖਿੱਚਦੇ ਹਾਂ, ਕਿਉਂਕਿ ਵੇਲਣੀ ਰਗੜ ਬਾਕੀ ਦੀਆਂ ਰਗੜ ਬਲਾਂ ਵਿੱਚੋਂ ਸਭ ਤੋਂ ਘੱਟ ਲੱਗਦੀ ਹੈ। 13ਵਾਂ ਪ੍ਰਸ਼ਨ, ਰਗੜ ਵਧਾਉਣ ਦੇ ਦੋ ਤਰੀਕੇ ਲਿਖੋ। ਪਹਿਲਾ, ਚੱਲਦੀਆਂ ਸਤਹਾਂ ਉੱਤੇ ਚਰੀਆਂ ਅਤੇ ਟੈਡਸ ਬਣਾ ਕੇ। ਜੁੱਤੀਆਂ ਦੇ ਤਲੇ ਅਤੇ ਟਾਇਰਾਂ ਵਿੱਚ ਹਲਕੀਆਂ ਡੂੰਘੀਆਂ ਚਰੀਆਂ, ਅਗਰੂਵਸ ਅਤੇ ਟੈਡਸ ਬਣਾਏ ਜਾਂਦੇ ਹਨ ਤਾਂ ਜੋ ਦੌੜਨ ਜਾਂ ਗਤੀ ਕਰਨ ਸਮੇਂ ਰਗੜ ਬਲ ਵੱਧ ਸਕੇ। ਦੂਜਾ ਤਰੀਕਾ, ਸੰਪਰਕ ਵਿੱਚ ਆਉਣ ਵਾਲੀਆਂ ਸਤਹਾਂ ਨੂੰ ਹੋਰ ਖੁਰਦਰਾ ਕਰਕੇ। ਖੁਰਦਰਾਪਨ ਵਸਤੂ ਦੀ ਸਤ੍ਹਾ ਦੀਆਂ ਅਨਿਯਮਤਾਵਾਂ ਨੂੰ ਵਧਾ ਦਿੰਦਾ ਹੈ, ਜਿਸ ਕਰਕੇ ਸੜਾਂ ਵਿੱਚ ਪਰਸਪਰ ਸੰਪਰਕ ਕਾਫੀ ਹੱਦ ਤੱਕ ਵੱਧ ਜਾਂਦਾ ਹੈ, ਜਿਸ ਨਾਲ ਰਗੜ ਬਲ ਵੱਧ ਜਾਂਦਾ ਹੈ। 14ਵਾਂ ਪ੍ਰਸ਼ਨ, ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ? ਸ਼ੋਰ ਉਹ ਧੁਨੀ ਹੁੰਦੀ ਹੈ ਜਿਹੜੀ ਕੰਨਾਂ ਨੂੰ ਚੰਗੀ ਨਹੀਂ ਲੱਗਦੀ। ਸ਼ੋਰ ਵਿੱਚ ਸਾਨੂੰ ਅਸਹਿਜਤਾ ਮਹਿਸੂਸ ਹੁੰਦੀ ਹੈ। ਇਹ ਬੇਤਰਤੀਬ ਕੰਪਨਾਂ ਤੋਂ ਪੈਦਾ ਹੁੰਦਾ ਹੈ। ਉਦਾਹਰਣ, ਹਵਾਈ ਜੈਟ ਦੀ ਧੁਨੀ। ਹੁਣ ਅਸੀਂ ਸੰਗੀਤ ਬਾਰੇ ਗੱਲਬਾਤ ਕਰਦੇ ਹਾਂ। ਸੰਗੀਤ ਉਹ ਧੁਨੀ ਹੁੰਦੀ ਹੈ ਜਿਹੜੀ ਕੰਨਾਂ ਨੂੰ ਚੰਗੀ ਲੱਗਦੀ ਹੈ। ਸੰਗੀਤਕ ਧੁਨੀ ਵਿੱਚ ਸਾਨੂੰ ਪ੍ਰਸੰਨਤਾ ਮਹਿਸੂਸ ਹੁੰਦੀ ਹੈ। ਇਹ ਇਕਸਾਰ ਹੋਣ ਵਾਲੇ ਕੰਪਨਾਂ ਤੋਂ ਪੈਦਾ ਹੁੰਦਾ ਹੈ। ਉਦਾਹਰਣ, ਕਿਸੇ ਸੰਗੀਤਕ ਸਾਜ਼ ਤੋਂ ਪੈਦਾ ਹੋਈ ਧੁਨੀ। 15ਵਾਂ ਪ੍ਰਸ਼ਨ, ਧੁਨੀ ਦੀ ਪ੍ਰਬਲਤਾ ਅਤੇ ਪਿਚ ਮਾਪਣ ਦੀ ਇਕਾਈ ਕੀ ਹੈ? ਧੁਨੀ ਦੀ ਪ੍ਰਬਲਤਾ ਉਚਾਪਨ, ਧੁਨੀ ਪੈਦਾ ਕਰਨ ਵਾਲੀਆਂ ਕੰਪਨਾਂ ਦੇ ਆਯਾਮ ਦੇ ਵਰਗ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ। ਧੁਨੀ ਤਰੰਗ ਕੰਪਨ ਦੇ ਆਯਾਮ ਦੇ ਵਧਣ ਨਾਲ ਧੁਨੀ ਦੀ ਪ੍ਰਬਲਤਾ ਵੀ ਵੱਧਦੀ ਹੈ। ਇਸ ਨੂੰ ਅਸੀਂ ਡੈਸੀਬਲ ਨਾਲ ਮਾਪਦੇ ਹਾਂ, ਇਸ ਲਈ ਇਸ ਦੀ ਇਕਾਈ ਡੈਸੀਬਲ ਆਵੇਗਾ। ਪਿਚ, ਧੁਨੀ ਦੀ ਪਿਚ ਕੰਪਨ ਕਰ ਰਹੀ ਵਸਤੂ ਦੇ ਕੰਪਨਾਂ ਦੀ ਆਵ੍ਰਿਤੀ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ। ਆਵ੍ਰਿਤੀ ਦੇ ਵਧਣ ਨਾਲ ਧੁਨੀ ਦੀ ਪਿਚ ਜਾਂ ਤਿੱਖਾਪਨ ਵੀ ਵੱਧ ਜਾਂਦਾ ਹੈ। ਇਸ ਨੂੰ ਅਸੀਂ ਹਰਟਜ਼ ਨਾਲ ਮਾਪਦੇ ਹਾਂ, ਇਸ ਲਈ ਇਸ ਦੀ ਇਕਾਈ ਹਰਟਜ਼ ਆਵੇਗਾ। 16ਵਾਂ ਪ੍ਰਸ਼ਨ, ਚਾਲਕ ਕੀ ਹੈ? ਉਦਾਹਰਣ ਦਿਓ। ਜਿਹੜੇ ਪਦਾਰਥ ਆਪਣੇ ਵਿੱਚੋਂ ਬਿਜਲੀ ਧਾਰਾ ਨੂੰ ਲੰਘਣ ਦਿੰਦੇ ਹਨ ਉਹ ਪਦਾਰਥ ਚਾਲਕ ਕਹਾਉਂਦੇ ਹਨ। ਉਦਾਹਰਣ, ਤਾਂਬਾ ਅਤੇ ਚਾਂਦ ਲੋਹਾ। 17ਵਾਂ ਪ੍ਰਸ਼ਨ, ਭੂਚਾਲ ਦੇ ਐਪੀਸੈਂਟਰ ਦੀ ਪਰਿਭਾਸ਼ਾ ਲਿਖੋ। ਧਰਤੀ ਦੀ ਪੇਪੜੀ ਅੰਦਰ ਉਹ ਥਾਂ ਜਿੱਥੇ ਭੂਚਾਲ ਪੈਦਾ ਹੁੰਦਾ ਹੈ ਉਸ ਨੂੰ ਹਾਈਪੋਸੈਂਟਰ ਕਹਿੰਦੇ ਹਨ। ਹਾਈਪੋਸੈਂਟਰ ਦੇ ਠੀਕ ਉੱਪਰ ਧਰਤੀ ਦੇ ਤਲ ਤੇ ਐਪੀਸੈਂਟਰ ਹੁੰਦਾ ਹੈ। ਇਸ ਨੂੰ ਸੀਜ਼ਮੋਗ੍ਰਾਫ ਯੰਤਰ ਨਾਲ ਰਿਕਾਰਡ ਕੀਤਾ ਜਾਂਦਾ ਹੈ। ਇਸ ਯੰਤਰ ਵਿੱਚ ਇੱਕ ਕੰਪਨ ਕਰਦੀ ਛੜ ਹੁੰਦੀ ਹੈ ਜਿਸ ਦੇ ਅੱਗੇ ਇੱਕ ਪੈਨ ਜਾਂ ਪੈਨਸਿਲ ਲੱਗੀ ਹੁੰਦੀ ਹੈ। ਇਹ ਪੈਨ ਭੂਚਾਲ ਦੇ ਝਟਕਿਆਂ ਦੌਰਾਨ ਰੋਲਰ ਉੱਤੇ ਲਪੇਟੇ ਇੱਕ ਗ੍ਰਾਫ ਪੇਪਰ ਉੱਤੇ ਨਿਸ਼ਾਨ ਛੱਡਦਾ ਰਹਿੰਦਾ ਹੈ। ਇਸ ਤਰ੍ਹਾਂ ਭੂਚਾਲ ਤਰੰਗਾਂ ਦਾ ਰਿਕਾਰਡ ਗ੍ਰਾਫ ਪੇਪਰ ਤੇ ਆ ਜਾਂਦਾ ਹੈ। 18ਵਾਂ ਪ੍ਰਸ਼ਨ, ਅਜਿਹੇ ਦੋ ਜੀਵਾਂ ਦੇ ਨਾਂ ਲਿਖੋ ਜਿਨ੍ਹਾਂ ਦੀਆਂ ਅੱਖਾਂ ਵਿੱਚ ਬਹੁ ਲੈਂਸ ਹੁੰਦੇ ਹਨ। ਮੱਖੀ ਅਤੇ ਕਾਕਰੋਚ ਅਜਿਹੇ ਦੋ ਜੀਵਾਂ ਹਨ ਜਿਨ੍ਹਾਂ ਦੀਆਂ ਅੱਖਾਂ ਵਿੱਚ ਬਹੁ ਲੈਂਸ ਹੁੰਦੇ ਹਨ। 19ਵਾਂ ਪ੍ਰਸ਼ਨ, ਨਦੀਨ ਕੀ ਹੁੰਦਾ ਹੈ? ਦੋ ਨਦੀਨਾਂ ਦੇ ਨਾਂ ਲਿਖੋ ਅਤੇ ਨਦੀਨ ਕੱਢਣ ਦਾ ਇੱਕ ਢੰਗ ਲਿਖੋ। ਫਸਲਾਂ ਦੇ ਨਾਲ ਉੱਗਣ ਵਾਲੇ ਬੇਲੋੜੇ ਪੌਦਿਆਂ ਨੂੰ ਨਦੀਨ ਕਹਿੰਦੇ ਹਨ। ਉਦਾਹਰਣ, ਚੁਲਾਈ ਅਤੇ ਬਾਥੂ। ਖੇਤ ਵਿੱਚੋਂ ਨਦੀਨਾਂ ਨੂੰ ਹਟਾਉਣ ਨੂੰ ਨਦੀਨ ਕੱਢਣਾ ਕਿਹਾ ਜਾਂਦਾ ਹੈ। ਨਦੀਨਾਂ ਨੂੰ ਹਟਾਉਣ ਦਾ ਇੱਕ ਤਰੀਕਾ ਹੱਥਾਂ ਨਾਲ ਨਦੀਨ ਨੂੰ ਪੁੱਟਣਾ ਹੈ। ਦੰਦਰਾਲ ਜਾਂ ਖੁਰਪੇ ਦੀ ਵਰਤੋਂ ਕਰਕੇ ਪੁੱਟਣਾ ਨਦੀਨਨਾਸ਼ਕਾਂ ਵਰਤੋਂ ਕਰਕੇ ਵੀ ਕੀਤਾ ਜਾਂਦਾ ਹੈ। 20ਵਾਂ ਪ੍ਰਸ਼ਨ, ਦੋਗਲਾਕਰਨ ਕੀ ਹੁੰਦਾ ਹੈ? ਇਹ ਕਿਵੇਂ ਲਾਭਦਾਇਕ ਹੈ? ਵੱਖ-ਵੱਖ ਗੁਣਾਂ ਵਾਲੇ ਇੱਕੋ ਪ੍ਰਜਾਤੀ ਦੇ ਦੋ ਜਾਂ ਦੋ ਤੋਂ ਵੱਧ ਪੌਦਿਆਂ ਦੇ ਗੁਣ ਮਿਲਾ ਕੇ ਨਵੀਂ ਕਿਸਮ ਦੇ ਬੀਜ ਪੈਦਾ ਕਰਨ ਨੂੰ ਦੋਗਲਾਕਰਨ ਕਿਹਾ ਜਾਂਦਾ ਹੈ। ਦੋਗਲਾਕਰਨ ਨਾਲ ਤਿਆਰ ਫਸਲਾਂ ਦਾ ਝਾੜ ਅਤੇ ਫਸਲਾਂ ਦੀ ਰੋਗ ਪ੍ਰਤੀਰੋਧਕਤਾ ਵੱਧ ਹੁੰਦੀ ਹੈ। ਇਸ ਨਾਲ ਆਮਦਨ ਵਿੱਚ ਵੀ ਵਾਧਾ ਹੁੰਦਾ ਹੈ। 21ਵਾਂ ਪ੍ਰਸ਼ਨ, ਬੀਜ ਬੀਜਣ ਦੇ ਵੱਖ-ਵੱਖ ਢੰਗ ਕੀ ਹਨ? ਬੀਜ ਬੀਜਣ ਦੇ 3 ਮੁੱਖ ਤਰੀਕੇ ਹਨ। ਛਿੱਟਾ ਦੇਣਾ, ਹੱਥ ਨਾਲ ਘੇਰਾ ਦੇਣਾ, ਪੋਰ ਜਾਂ ਬੀਜ ਡਰਿਲ ਨਾਲ ਬਿਜਾਈ ਕਰਨਾ। ਇਹਨਾਂ ਤਰੀਕਿਆਂ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ। ਇਹ ਸਾਰੀਆਂ ਫਸਲਾਂ ਲਈ ਸਾਰੇ ਤਰੀਕੇ ਲਾਭਦਾਇਕ ਨਹੀਂ ਹੁੰਦੇ। 22ਵਾਂ ਪ੍ਰਸ਼ਨ, ਕੀਟ ਜਾਂ ਪੈਸਟ ਕੀ ਹੁੰਦੇ ਹਨ? ਉਦਾਹਰਣ ਦਿਓ। ਕੋਈ ਵੀ ਸੂਖਮ ਜੀਵ ਜਾਂ ਜੰਤੂ ਜੋ ਫਸਲੀ ਪੌਦਿਆਂ,
ਤੇ ਹਮਲਾ ਕਰਦੇ ਹਨ, ਉਨ੍ਹਾਂ ਨੂੰ ਕੀਟ ਪੈਸਟਸ ਕਹਿੰਦੇ ਹਨ। ਇਹ ਵਿਸ਼ਾਣੂ, ਵਾਇਰਸਸ, ਬੈਕਟੀਰੀਆ ਜਾਂ ਜੀਵਾਣੂ, ਉੱਲੀ ਜਾਂ ਫੰਗੀ, ਕੀੜੇ ਜਾਂ ਇਨਸੈਕਟਸ, ਪੰਛੀ ਜਾਂ ਬਰਡਸ, ਚੂਹੇ ਗਲੇਹਰੀਆਂ ਵਰਗੇ ਕੁਤਰਨ ਵਾਲੇ ਜੰਤੂ ਜਾਂ ਵੱਡੇ ਜੰਤੂ ਹੋ ਸਕਦੇ ਹਨ। ਫਸਲਾਂ ਨੂੰ ਸੂਖਮ ਜੀਵਾਂ ਤੋਂ ਬਚਾਉਣ ਲਈ ਉਨ੍ਹਾਂ ਤੇ ਰਸਾਇਣਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਪਹਿਲਾਂ ਫਸਲਾਂ ਤੇ ਸੁਆਹ ਛਿੜਕੀ ਜਾਂਦੀ ਸੀ ਜੋ ਉੱਲੀ ਨਾਸ਼ਕ ਦਾ ਕੰਮ ਕਰਦੀ ਹੈ। 23ਵਾਂ ਪ੍ਰਸ਼ਨ, ਵਿਸ਼ਾਣੂ ਕੀ ਹੁੰਦੇ ਹਨ? ਵਿਸ਼ਾਣੂਆਂ ਨਾਲ ਹੋਣ ਵਾਲੀਆਂ 3 ਬਿਮਾਰੀਆਂ ਦੇ ਨਾਂ ਲਿਖੋ। ਵਿਸ਼ਾਣੂ ਅਜਿਹੇ ਸੂਖਮ ਜੀਵ ਹਨ ਜਿਹੜੇ ਸਜੀਵਾਂ ਅਤੇ ਨਿਰਜੀਵਾਂ ਦੋਵਾਂ ਵਰਗਾਂ ਦੇ ਗੁਣ ਰੱਖਦੇ ਹਨ। ਇਹ ਆਪਣੇ ਆਪ ਪ੍ਰਜਨਨ ਨਹੀਂ ਕਰ ਸਕਦੇ। ਇਹਨਾਂ ਦਾ ਆਕਾਰ ਬਹੁਤ ਛੋਟਾ ਹੁੰਦਾ ਹੈ। ਇਹ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦੇ ਹਨ। ਇਹਨਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਏਡਜ਼, ਕੋਵਿਡ-19, ਪੋਲੀਓ, ਇਨਫਲੂਐਂਜ਼ਾ ਆਦਿ। 24ਵਾਂ ਪ੍ਰਸ਼ਨ, ਪਥਰਾਟ ਬਾਲਣਾਂ ਦੇ ਬਾਲਣ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਦੱਸੋ। ਪਥਰਾਟ ਬਾਲਣ ਸਾਨੂੰ ਕਾਰਬਨੀਕਰਨ ਕਿਰਿਆ ਨਾਲ ਕਰੋੜਾਂ ਸਾਲਾਂ ਵਿੱਚ ਪ੍ਰਾਪਤ ਹੁੰਦੇ ਹਨ। ਇਹਨਾਂ ਦੇ ਜਲਣ ਨਾਲ ਬਹੁਤ ਸਾਰੇ ਨੁਕਸਾਨ ਹੁੰਦੇ ਹਨ। ਜਿਵੇਂ ਪਹਿਲਾ ਨੁਕਸਾਨ, ਪਥਰਾਟ ਬਾਲਣਾਂ ਨਾਲ ਹਵਾ ਪ੍ਰਦੂਸ਼ਣ ਹੁੰਦਾ ਹੈ। ਦੂਜਾ, ਪਥਰਾਟ ਬਾਲਣ ਵਿਸ਼ਵ ਦੇ ਤਾਪਮਾਨ ਵਿੱਚ ਵਾਧੇ ਦੀ ਸਮੱਸਿਆ ਪੈਦਾ ਕਰਦੇ ਹਨ। ਤੀਜਾ, ਪਥਰਾਟ ਬਾਲਣ ਤੇਜ਼ਾਬੀ ਵਰਖਾ ਦਾ ਕਾਰਨ ਬਣਦੇ ਹਨ। ਚੌਥਾ, ਪਥਰਾਟ ਬਾਲਣ ਊਰਜਾ ਦੇ ਸੀਮਿਤ ਸੋਮੇ ਹਨ। 25ਵਾਂ ਪ੍ਰਸ਼ਨ, ਪਾਣੀ ਦੀ ਵਰਤੋਂ ਬਿਜਲੀ ਨਾਲ ਜੁੜੀ ਅੱਗ ਨੂੰ ਕੰਟਰੋਲ ਕਰਨ ਲਈ ਕਿਉਂ ਨਹੀਂ ਕੀਤੀ ਜਾਂਦੀ? ਜੇਕਰ ਬਿਜਲੀ ਦੇ ਉਪਕਰਨਾਂ ਨੂੰ ਅੱਗ ਲੱਗੀ ਹੋਵੇ ਤਾਂ ਸਾਨੂੰ ਅੱਗ ਤੇ ਕਾਬੂ ਪਾਉਣ ਲਈ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸ਼ੁੱਧ ਪਾਣੀ ਬਿਜਲੀ ਦਾ ਚਾਲਨ ਕਰ ਸਕਦਾ ਹੈ ਅਤੇ ਸਾਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ। ਇਸ ਲਈ ਬਿਜਲੀ ਨਾਲ ਲੱਗੀ ਅੱਗ ਨੂੰ ਮਿੱਟੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਕਿਉਂਕਿ ਮਿੱਟੀ ਬਿਜਲੀ ਤਾਰਾਂ ਦੀ ਕੁਚਾਲਕ ਜਾਂ ਰੋਧਕ ਹੈ। 26ਵਾਂ ਪ੍ਰਸ਼ਨ, ਬਾਲਣ ਦੇ ਕੈਲੋਰੀ ਮੁੱਲ ਨੂੰ ਮਾਪਣ ਦੀ ਇਕਾਈ ਦੱਸੋ। ਬਾਲਣ ਦੇ ਕੈਲੋਰੀ ਮੁੱਲ ਤੋਂ ਭਾਵ, ਜਦੋਂ ਅਸੀਂ 1 ਕਿਲੋਗ੍ਰਾਮ ਜਲਨਸ਼ੀਲ ਪਦਾਰਥ ਨੂੰ ਜਲਾਉਂਦੇ ਹਾਂ ਤਾਂ ਉਸ ਵਿੱਚੋਂ ਜਿੰਨੀ ਊਰਜਾ ਪੈਦਾ ਹੁੰਦੀ ਹੈ ਉਸ ਨੂੰ ਉਸ ਵਸਤੂ ਦਾ ਕੈਲੋਰੀ ਮੁੱਲ ਕਿਹਾ ਜਾਂਦਾ ਹੈ। ਇਸ ਊਰਜਾ ਨੂੰ ਕਿਲੋਜਾਊਲ ਵਿੱਚ ਮਾਪਦੇ ਹਾਂ। ਇਸ ਤਰ੍ਹਾਂ ਕੈਲੋਰੀ ਮੁੱਲ ਨੂੰ ਮਾਪਣ ਇਕਾਈ ਕਿਲੋਜਾਊਲ ਪ੍ਰਤੀ ਕਿਲੋਗ੍ਰਾਮ ਆਵੇਗੀ। 27ਵਾਂ ਪ੍ਰਸ਼ਨ, ਤੁਸੀਂ ਜੰਗਲਾਂ ਦੇ ਨਸ਼ਟ ਹੋਣ ਅਤੇ ਮੁੜ ਜੰਗਲ ਲਗਾਉਣ ਤੋਂ ਕੀ ਸਮਝਦੇ ਹੋ? ਵੱਖ-ਵੱਖ ਗਤੀਵਿਧੀਆਂ ਕਾਰਨ ਜੰਗਲਾਂ ਨੂੰ ਕੱਟਣ ਦੀ ਪ੍ਰਕਿਰਿਆ ਜੰਗਲਾਂ ਨੂੰ ਨਸ਼ਟ ਕਰਨਾ ਕਹਾਉਂਦੀ ਹੈ। ਲੱਕੜ ਦੀ ਪ੍ਰਾਪਤੀ, ਉਦਯੋਗੀਕਰਨ, ਖੇਤੀਬਾੜੀ ਆਦਿ ਕਾਰਨ ਜੰਗਲ ਨਸ਼ਟ ਹੋ ਰਹੇ ਹਨ। ਕੱਟੇ ਹੋਏ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਦੀ ਪ੍ਰਕਿਰਿਆ ਮੁੜ ਜੰਗਲ ਲਗਾਉਣਾ ਕਹਾਉਂਦੀ ਹੈ। ਨਵੇਂ ਰੁੱਖ ਲਗਾਉਣ ਨਾਲ ਜੋ ਨੁਕਸਾਨ ਜੰਗਲਾਂ ਦੀ ਕਟਾਈ ਨਾਲ ਹੁੰਦਾ ਹੈ ਉਹ ਘੱਟ ਹੋ ਜਾਂਦਾ ਹੈ। 28ਵਾਂ ਪ੍ਰਸ਼ਨ, ਅਲਿੰਗੀ ਪ੍ਰਜਨਨ ਅਤੇ ਲਿੰਗ ਪ੍ਰਜਨਨ ਵਿਚਕਾਰ ਅੰਤਰ ਲਿਖੋ। ਆਓ ਪਹਿਲਾਂ ਅਲਿੰਗੀ ਪ੍ਰਜਨਨ ਬਾਰੇ ਗੱਲਬਾਤ ਕਰਦੇ ਹਾਂ। ਅਲਿੰਗੀ ਪ੍ਰਜਨਨ ਵਿੱਚ ਇਕੱਲਾ ਜੀਵ ਸੰਤਾਨ ਪੈਦਾ ਕਰਦਾ ਹੈ। ਅਲਿੰਗੀ ਪ੍ਰਜਨਨ ਵਿੱਚ ਯੁਗਮਕਾਂ ਦਾ ਨਿਰਮਾਣ ਨਹੀਂ ਹੁੰਦਾ। ਅਲਿੰਗੀ ਪ੍ਰਜਨਨ ਵਿੱਚ ਨਿਸ਼ੇਚਨ ਕਿਰਿਆ ਨਹੀਂ ਹੁੰਦੀ। ਅਲਿੰਗੀ ਪ੍ਰਜਨਨ ਵਿੱਚ ਯੁਗਮਜ ਦਾ ਨਿਰਮਾਣ ਨਹੀਂ ਹੁੰਦਾ। ਅਲਿੰਗੀ ਪ੍ਰਜਨਨ ਵਿੱਚ ਸੰਤਾਨ ਦੇ ਗੁਣ ਆਪਸ ਵਿੱਚ ਅਤੇ ਜਨਕਾਨ ਨਾਲ ਮਿਲਦੇ ਹੁੰਦੇ ਹਨ। ਹੁਣ ਅਸੀਂ ਲਿੰਗੀ ਪ੍ਰਜਨਨ ਬਾਰੇ ਗੱਲਬਾਤ ਕਰਦੇ ਹਾਂ। ਲਿੰਗੀ ਪ੍ਰਜਨਨ ਵਿੱਚ ਦੋ ਜੀਵ ਨਰ ਅਤੇ ਮਾਦਾ ਮਿਲ ਕੇ ਸੰਤਾਨ ਪੈਦਾ ਕਰਦੇ ਹਨ। ਲਿੰਗੀ ਪ੍ਰਜਨਨ ਵਿੱਚ ਯੁਗਮਕਾਂ ਦਾ ਨਿਰਮਾਣ ਹੁੰਦਾ ਹੈ। ਲਿੰਗੀ ਪ੍ਰਜਨਨ ਵਿੱਚ ਨਿਸ਼ੇਚਨ ਕਿਰਿਆ ਹੁੰਦੀ ਹੈ। ਲਿੰਗੀ ਪ੍ਰਜਨਨ ਵਿੱਚ ਯੁਗਮਜ ਦਾ ਨਿਰਮਾਣ ਹੁੰਦਾ ਹੈ। ਲਿੰਗੀ ਪ੍ਰਜਨਨ ਵਿੱਚ ਸੰਤਾਨ ਦੇ ਗੁਣ ਇੱਕ ਦੂਜੇ ਨਾਲੋਂ ਅਤੇ ਪਿਤਰਾਂ ਨਾਲੋਂ ਭਿੰਨ ਹੁੰਦੇ ਹਨ। 29ਵਾਂ ਪ੍ਰਸ਼ਨ, ਜੇਰਚ ਅਤੇ ਅੰਡਜ ਵਿਚਕਾਰ ਅੰਤਰ ਸਪਸ਼ਟ ਕਰੋ। ਇਹ ਪ੍ਰਜਨਨ ਪ੍ਰਣਾਲੀ ਵਿੱਚ ਭਾਗ ਲੈਣ ਵਾਲੇ ਜੀਵਾਂ ਦੀਆਂ ਕਿਸਮਾਂ ਨੂੰ ਦਰਸਾਉਂਦਾ ਹੈ। ਆਓ ਪਹਿਲਾਂ ਜੇਰਚ ਬਾਰੇ ਗੱਲਬਾਤ ਕਰਦੇ ਹਾਂ। ਜੇਰਚ ਉਹ ਜੰਤੂ ਹੁੰਦੇ ਹਨ ਜਿਹੜੇ ਆਪਣੇ ਵਰਗੇ ਛੋਟੇ ਜੰਤੂਆਂ ਨੂੰ ਜਨਮ ਦਿੰਦੇ ਹਨ, ਭਾਵ ਇਹ ਅੰਡੇ ਪੈਦਾ ਨਹੀਂ ਕਰਦੇ। ਉਦਾਹਰਣ, ਬਿੱਲੀ, ਕੁੱਤਾ ਅਤੇ ਗਾਂ। ਦੂਜੀ ਕਿਸਮ, ਅੰਡਜ। ਅੰਡਜ ਉਹ ਜੰਤੂ ਹੁੰਦੇ ਹਨ ਜਿਹੜੇ ਆਂਡੇ ਦਿੰਦੇ ਹਨ ਅਤੇ ਆਂਡੇ ਮਾਦਾ ਦੇ ਸਰੀਰ ਤੋਂ ਬਾਹਰ ਹੀ ਟੁੱਟਦੇ ਹਨ ਅਤੇ ਨਵੇਂ ਜੀਵ ਨੂੰ ਜਨਮ ਦਿੰਦੇ ਹਨ। ਉਦਾਹਰਣ, ਮੁਰਗੀ, ਕਾਂ ਅਤੇ ਕਿਰਲੀ। 30ਵਾਂ ਪ੍ਰਸ਼ਨ, ਸੰਪਰਕ ਬਲ ਅਤੇ ਗੈਰ ਸੰਪਰਕ ਬਲ ਦੀਆਂ ਦੋ ਉਦਾਹਰਨਾਂ ਦਿਓ। ਆਓ ਪਹਿਲਾਂ ਸੰਪਰਕ ਬਲ ਬਾਰੇ ਗੱਲਬਾਤ ਕਰਦੇ ਹਾਂ। ਸੰਪਰਕ ਬਲ ਲੱਗਣ ਸਮੇਂ ਕਿਸੇ ਵਸਤੂ ਦੀ ਸਤ੍ਹਾ ਬਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਹੁੰਦੀ ਹੈ। ਸੰਪਰਕ ਬਲ ਦੂਰੀ ਤੋਂ ਹੀ ਕਾਰਜ ਨਹੀਂ ਕਰ ਸਕਦੇ ਹਨ। ਇਸ ਦੀਆਂ ਉਦਾਹਰਨਾਂ ਹਨ ਪੇਸ਼ੀ ਬਲ, ਰਗੜ ਬਲ, ਗੈਰ ਸੰਪਰਕ ਬਲ।
ਗੈਰ ਸੰਪਰਕ ਬਲ ਵਸਤੂਆਂ ਦੇ ਆਪਸੀ ਸੰਪਰਕ ਤੋਂ ਬਿਨਾਂ ਵੀ ਕਾਰਜ ਕਰ ਸਕਦੇ ਹਨ। ਗੈਰ ਸੰਪਰਕ ਬਲ ਦੂਰੀ ਤੋਂ ਹੀ ਕਾਰਜ ਕਰ ਸਕਦੇ ਹਨ। ਇਸ ਦੀਆਂ ਉਦਾਹਰਨਾਂ ਹਨ ਚੁੰਬਕੀ ਬਲ, ਗੁਰੂਤਾਕਰਸ਼ਣ ਬਲ। 31ਵਾਂ ਪ੍ਰਸ਼ਨ, ਸਥਿਰ ਬਿਜਲੀ ਬਲ ਕੀ ਹੈ? ਇੱਕ ਚਾਰਜਿਤ ਵਸਤੂ ਦੁਆਰਾ ਦੂਜੀ ਚਾਰਜਿਤ ਵਸਤੂ ਜਾਂ ਅਣਚਾਰਜਿਤ ਵਸਤੂ ਉੱਤੇ ਲਗਾਇਆ ਗਿਆ ਬਲ ਸਥਿਰ ਬਿਜਲੀ ਬਲ ਅਖਵਾਉਂਦਾ ਹੈ। ਇਹ ਇੱਕ ਗੈਰ ਸੰਪਰਕ ਬਲ ਹੈ। 32ਵਾਂ ਪ੍ਰਸ਼ਨ, ਸੰਪਰਕ ਅਤੇ ਗੈਰ ਸੰਪਰਕ ਬਲਾਂ ਵਿਚਕਾਰ ਅੰਤਰ ਸਪਸ਼ਟ ਕਰੋ। ਆਪਾਂ ਪਹਿਲਾਂ ਹੀ ਸੰਪਰਕ ਬਲ ਅਤੇ ਗੈਰ ਸੰਪਰਕ ਬਲ ਬਾਰੇ ਗੱਲਬਾਤ ਕੀਤੀ ਹੈ। ਹੁਣ ਇਹਨਾਂ ਦੇ ਵਿਚਕਾਰ ਅੰਤਰ ਬਾਰੇ ਗੱਲਬਾਤ ਕਰਾਂਗੇ। ਸੰਪਰਕ ਬਲ ਲੱਗਣ ਸਮੇਂ ਕਿਸੇ ਵਸਤੂ ਦੀ ਸਤ੍ਹਾ ਬਲ ਲਗਾਉਣ ਵਾਲੀ ਵਸਤੂ ਦੇ ਸਿੱਧੇ ਸੰਪਰਕ ਵਿੱਚ ਹੁੰਦੀ ਹੈ। ਇਹ ਬਲ ਦੂਰੀ ਤੋਂ ਕਾਰਜ ਨਹੀਂ ਕਰ ਸਕਦੇ। ਗੈਰ ਸੰਪਰਕ ਬਲ ਵਸਤੂਆਂ ਦੇ ਆਪਸੀ ਸੰਪਰਕ ਤੋਂ ਬਿਨਾਂ ਹੀ ਕਾਰਜ ਕਰ ਸਕਦੇ ਹਨ। ਇਹ ਬਲ ਦੂਰੀ ਤੋਂ ਹੀ ਕਾਰਜ ਕਰ ਸਕਦੇ। 33ਵਾਂ ਪ੍ਰਸ਼ਨ, ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਅਤੇ ਹਵਾਈ ਜਹਾਜ਼ਾਂ ਨੂੰ ਵਿਸ਼ੇਸ਼ ਸ਼ਕਲ ਦੀਆਂ ਕਿਉਂ ਬਣਾਇਆ ਜਾਂਦਾ ਹੈ? ਸਮੁੰਦਰੀ ਜਹਾਜ਼ਾਂ, ਕਿਸ਼ਤੀਆਂ ਅਤੇ ਹਵਾਈ ਜਹਾਜ਼ਾਂ ਨੂੰ ਵਿਸ਼ੇਸ਼ ਸ਼ਕਲ ਜਾਂ ਸਟ੍ਰੀਮਲਾਈਨਡ ਤਾਰਾ ਰੇਖਿਤ ਬਣਾਇਆ ਜਾਂਦਾ ਹੈ ਕਿਉਂਕਿ ਸਟ੍ਰੀਮਲਾਈਨਡ ਸ਼ਕਲ ਨੂੰ ਘੱਟ ਦਰਵ ਰਗੜ ਮਿਲਦੀ ਹੈ ਅਤੇ ਇਹਨਾਂ ਸਾਧਨਾਂ ਦੀ ਪਾਣੀ ਅਤੇ ਹਵਾ ਵਿੱਚ ਗਤੀ ਆਸਾਨ ਹੋ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਆਵਾਜਾਈ ਦੇ ਸਾਧਨਾਂ ਵਿੱਚ ਊਰਜਾ ਦੀ ਖਪਤ ਨੂੰ ਵੀ ਘਟਾਇਆ ਜਾਂਦਾ ਹੈ। 34ਵਾਂ ਪ੍ਰਸ਼ਨ, ਮਨੁੱਖੀ ਕੰਨ ਲਈ ਸੁਣਨਯੋਗ ਅਤੇ ਨਾ ਸੁਣਨਯੋਗ ਧੁਨੀ ਦੀ ਆਵਰਤੀ ਰੇਂਜ ਲਿਖੋ। ਮਨੁੱਖੀ ਕੰਨ ਦੀ ਸੁਣਨਯੋਗ ਰੇਂਜ ਵਿੱਚ 20 ਹਰਟਜ਼ ਤੋਂ 20,000 ਹਰਟਜ਼ ਤੱਕ ਦੀ ਆਵਰਤੀ ਵਾਲੀਆਂ ਧੁਨੀਆਂ ਹਨ। ਮਨੁੱਖੀ ਕੰਨ ਦੀ ਨਾ ਸੁਣਨਯੋਗ ਰੇਂਜ ਵਿੱਚ 20 ਹਰਟਜ਼ ਤੋਂ ਘੱਟ ਆਵਰਤੀ ਵਾਲੀਆਂ ਧੁਨੀਆਂ ਅਤੇ 20,000 ਹਰਟਜ਼ ਤੋਂ ਵੱਧ ਆਵਰਤੀ ਵਾਲੀਆਂ ਧੁਨੀਆਂ ਹਨ। 35ਵਾਂ ਪ੍ਰਸ਼ਨ, ਕਸ਼ੀਦਤ ਪਾਣੀ ਨੂੰ ਕਿਵੇਂ ਇਲੈਕਟ੍ਰੋਲਾਈਟ ਬਣਾਇਆ ਜਾ ਸਕਦਾ ਹੈ? ਕਸ਼ੀਦਤ ਪਾਣੀ ਸ਼ੁੱਧ ਪਾਣੀ ਹੁੰਦਾ ਹੈ ਜੋ ਪਾਣੀ ਨੂੰ ਉਬਾਲਣ ਨਾਲ ਬਣਦਾ ਹੈ। ਇਹ ਬਿਜਲੀ ਦਾ ਚਾਲਨ ਵੀ ਨਹੀਂ ਕਰਦਾ। ਕਸ਼ੀਦਤ ਪਾਣੀ ਵਿੱਚ ਕੋਈ ਵੀ ਲੂਣ ਜਿਵੇਂ ਸਧਾਰਨ ਲੂਣ ਘੋਲਣ ਉਪਰੰਤ ਉਹ ਇਲੈਕਟ੍ਰੋਲਾਈਟ ਘੋਲ ਬਣ ਜਾਂਦਾ ਹੈ। ਇਲੈਕਟ੍ਰੋਲਾਈਟ ਘੋਲ ਵਿੱਚ ਆਇਨ ਹੁੰਦੇ ਹਨ ਜਿਨ੍ਹਾਂ ਨਾਲ ਉਹ ਬਿਜਲੀ ਦਾ ਚਾਲਕ ਬਣ ਜਾਂਦਾ ਹੈ। ਇਸ ਤਰ੍ਹਾਂ ਕਸ਼ੀਦਤ ਪਾਣੀ ਨੂੰ ਇਲੈਕਟ੍ਰੋਲਾਈਟ ਬਣਾਇਆ ਜਾ ਸਕਦਾ ਹੈ। 37ਵਾਂ ਪ੍ਰਸ਼ਨ, ਬਿਜਲੀ ਦਾ ਕੰਮ ਕਰਨ ਵਾਲੇ ਕਰਮੀ ਰਬੜ ਦੇ ਦਸਤਾਨੇ ਅਤੇ ਰਬੜ ਦੀ ਜੁੱਤੀ ਕਿਉਂ ਪਾਉਂਦੇ ਹਨ? ਬਿਜਲੀ ਕਰਮੀ ਬਿਜਲੀ ਦੀ ਸਪਲਾਈ ਲਾਈਨ ਜਾਂ ਬਿਜਲੀ ਸਰਕਟ ਦੀ ਰਿਪੇਅਰ ਕਰਨ ਸਮੇਂ ਰਬੜ ਦੇ ਦਸਤਾਨੇ ਅਤੇ ਜੁੱਤੀ ਪਾਉਂਦੇ ਹਨ ਕਿਉਂਕਿ ਰਬੜ ਬਿਜਲੀ ਦੀ ਕੁਚਾਲਕ ਹੈ। ਇਸ ਤਰ੍ਹਾਂ ਬਿਜਲੀ ਕਰਮੀ ਬਿਜਲੀ ਦੇ ਝਟਕੇ ਤੋਂ ਬਚੇ ਰਹਿੰਦੇ ਹਨ ਅਤੇ ਕੋਈ ਦੁਰਘਟਨਾ ਨਹੀਂ ਹੁੰਦੀ। ਇਸ ਕਰਕੇ ਹੀ ਬਿਜਲੀ ਰਿਪੇਅਰ ਕਰਨ ਦੇ ਉਪਕਰਨਾਂ ਉੱਤੇ ਵੀ ਰਬੜ ਦੀ ਪਰਤ ਚੜ੍ਹੀ ਹੁੰਦੀ ਹੈ। 37ਵਾਂ ਪ੍ਰਸ਼ਨ, ਵਿਸ਼ਵਵਿਆਪੀ ਮਹਾਮਾਰੀ ਜਾਂ ਪੈਂਡੇਮਿਕ ਕੀ ਹੁੰਦੀ ਹੈ? ਕਿਸੇ ਦੋ ਵਿਸ਼ਵਵਿਆਪੀ ਮਹਾਮਾਰੀਆਂ ਦੇ ਨਾਂ ਲਿਖੋ। ਵਿਸ਼ਵਵਿਆਪੀ ਮਹਾਮਾਰੀ ਇੱਕ ਅਜਿਹੀ ਬਿਮਾਰੀ ਹੁੰਦੀ ਹੈ ਜੋ ਦੁਨੀਆ ਦੇ ਬਹੁਤ ਵੱਡੇ ਖੇਤਰ ਵਿੱਚ ਫੈਲਦੀ ਹੈ ਅਤੇ ਲੱਖਾਂ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਉਦਾਹਰਣ, ਕੋਵਿਡ-19 ਅਤੇ ਏਡਜ਼। 38ਵਾਂ ਪ੍ਰਸ਼ਨ, ਸੋਨਪੱਤਰ ਬਿਜਲੀਦਰਸ਼ੀ ਦਾ ਅੰਕਿਤ ਚਿੱਤਰ ਬਣਾਓ ਅਤੇ ਇਸ ਦੀ ਰਚਨਾ ਲਿਖੋ। ਸੋਨਪੱਤਰ ਬਿਜਲੀਦਰਸ਼ੀ ਅਜਿਹਾ ਯੰਤਰ ਹੈ ਜੋ ਕਿਸੇ ਚਾਰਜਿਤ ਵਸਤੂ ਦੀ ਪਹਿਚਾਣ ਕਰਵਾਉਂਦਾ ਹੈ। ਹੁਣ ਇਸ ਦੀ ਬਣਤਰ ਬਾਰੇ ਗੱਲਬਾਤ ਕਰਦੇ ਹਾਂ। ਸੋਨਪੱਤਰ ਬਿਜਲੀਦਰਸ਼ੀ ਇੱਕ ਕੱਚ ਦਾ ਬੈਲ ਜਾਰ ਹੁੰਦਾ ਹੈ ਜਿਸ ਦਾ ਆਧਾਰ ਲੱਕੜੀ ਦਾ ਹੁੰਦਾ ਹੈ। ਬੈਲ ਜਾਰ ਦੇ ਅੰਦਰ ਧਾਤ ਦੀ ਇੱਕ ਛੜ ਲਟਕਾਈ ਹੁੰਦੀ ਹੈ ਜੋ ਧਾਤਵੀ ਪਲੇਟ ਨਾਲ ਜੁੜੀ ਹੁੰਦੀ ਹੈ ਜਿਸ ਨਾਲ ਦੋ ਧਾਤਵੀ ਪੱਤਰੇ ਜੁੜੇ ਹੁੰਦੇ ਹਨ। ਇਹ ਪੱਤਰੇ ਆਮ ਤੌਰ ਤੇ ਐਲੂਮੀਨੀਅਮ ਜਾਂ ਸੋਨੇ ਦੇ ਹੁੰਦੇ ਹਨ। ਸੋਨਪੱਤਰ ਬਿਜਲੀਦਰਸ਼ੀ ਦੀ ਧਾਤਵੀ ਪਲੇਟ ਨੂੰ ਚਾਰਜਿਤ ਵਸਤੂ ਦੇ ਛੂਹਣ ਨਾਲ ਉਸ ਦਾ ਚਾਰਜ ਸੋਨਪੱਤਰਿਆਂ ਤੱਕ ਪੁੱਜਦਾ ਹੈ। ਇਸ ਦੇ ਦੋਵਾਂ ਪੱਤਰਿਆਂ ਤੇ ਸਮਾਨ ਚਾਰਜ ਹੋਣ ਕਾਰਨ ਇੱਕ ਦੂਜੇ ਨੂੰ ਪਰੇ ਧਕੇਲਦੇ ਹਨ ਅਤੇ ਖੁੱਲ੍ਹ ਜਾਂਦੇ ਹਨ। 39ਵਾਂ ਪ੍ਰਸ਼ਨ, ਆਸਮਾਨੀ ਬਿਜਲੀ ਤੋਂ ਬਚਾਅ ਦੇ ਕੋਈ 3 ਉਪਾਅ ਲਿਖੋ। ਆਸਮਾਨੀ ਬਿਜਲੀ ਦੇ ਡਿੱਗਣ ਨਾਲ ਬਹੁਤ ਜਾਨ ਅਤੇ ਮਾਲ ਦਾ ਨੁਕਸਾਨ ਹੋ ਸਕਦਾ ਹੁੰਦਾ ਹੈ, ਇਸ ਲਈ ਕੁਝ ਬਚਾਅ ਜ਼ਰੂਰੀ ਹਨ ਜਿਵੇਂ ਕਿਸੇ ਇਮਾਰਤ ਦੇ ਅੰਦਰ ਆਸਰਾ ਲਓ, ਬਿਜਲੀ ਦੇ ਖੰਭੇ ਤੇ ਹੋਰ ਧਾਤਵੀ ਵਸਤੂਆਂ ਤੋਂ ਦੂਰ ਰਹੋ। ਉੱਚੀਆਂ ਇਮਾਰਤਾਂ ਉੱਪਰ ਆਕਾਸ਼ੀ ਬਿਜਲੀ ਚਾਲਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਛਤਰੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਮੈਦਾਨ ਵਿੱਚ ਹੋਵੋ ਤਾਂ ਸਿਰ ਨੀਵਾਂ ਕਰਕੇ ਪੈਰਾਂ ਭਾਰ ਬੈਠੇ ਬਿਜਲੀ ਉਪਕਰਨ ਬੰਦ ਰੱਖੋ। 40ਵਾਂ ਪ੍ਰਸ਼ਨ, ਰੈੱਡ ਡਾਟਾ ਬੁੱਕ ਕੀ ਹੈ? ਰੈੱਡ ਡਾਟਾ IUCN ਦੁਆਰਾ ਪ੍ਰਕਾਸ਼ਿਤ ਸੂਚੀ ਹੁੰਦੀ ਹੈ। ਇਸ ਵਿੱਚ ਖਤਰੇ ਵਿੱਚ ਪ੍ਰਜਾਤੀਆਂ ਦਰਜ ਹੁੰਦੀਆਂ ਹਨ।
ਤਾਂ ਜੋ ਇਹਨਾਂ ਖਤਰੇ ਵਿੱਚ ਪ੍ਰਜਾਤੀਆਂ ਨੂੰ ਅਲੋਪ ਹੋਣ ਤੋਂ ਬਚਾਇਆ ਜਾ ਸਕੇ। 41ਵਾਂ ਪ੍ਰਸ਼ਨ, ਖਤਰੇ ਵਿੱਚ ਪ੍ਰਜਾਤੀਆਂ ਅਤੇ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਵਿਚਕਾਰ ਕੀ ਅੰਤਰ ਹੈ? ਪਹਿਲਾ ਅਸੀਂ ਖਤਰੇ ਵਿੱਚ ਪ੍ਰਜਾਤੀਆਂ ਬਾਰੇ ਗੱਲਬਾਤ ਕਰਦੇ ਹਾਂ। ਇਹ ਉਹ ਪ੍ਰਜਾਤੀਆਂ ਹਨ ਜਿਨ੍ਹਾਂ ਦਾ ਨੇੜੇ ਭਵਿੱਖ ਵਿੱਚ ਧਰਤੀ ਤੋਂ ਖਤਮ ਹੋ ਜਾਣ ਦਾ ਖਤਰਾ ਹੈ। ਇਹਨਾਂ ਦੀ ਸੰਖਿਆ ਨਿਰਧਾਰਿਤ ਪੱਧਰ ਤੋਂ ਘੱਟ ਹੋ ਚੁੱਕੀ ਹੈ। ਉਦਾਹਰਣ ਬਾਘ ਅਤੇ ਕਾਲਾ ਹਿਰਨ ਦੀਆਂ ਪ੍ਰਜਾਤੀਆਂ। ਹੁਣ ਅਸੀਂ ਅਲੋਪ ਹੋ ਗਈਆਂ ਪ੍ਰਜਾਤੀਆਂ ਬਾਰੇ ਗੱਲਬਾਤ ਕਰਦੇ ਹਾਂ। ਇਹ ਪ੍ਰਜਾਤੀਆਂ ਧਰਤੀ ਤੋਂ ਖਤਮ ਹੋ ਚੁੱਕੀਆਂ ਹਨ। ਇਹਨਾਂ ਦਾ ਆਖਰੀ ਮੈਂਬਰ ਵੀ ਧਰਤੀ ਤੋਂ ਖਤਮ ਹੋ ਗਿਆ ਹੈ। ਉਦਾਹਰਣ ਡੋਡੋ ਦੀਆਂ ਸਾਰੀਆਂ ਪ੍ਰਜਾਤੀਆਂ ਖਤਮ ਹੋ ਗਈਆਂ ਹਨ। 42ਵਾਂ ਪ੍ਰਸ਼ਨ, ਹਰੇ ਪੱਤਿਆਂ ਨੂੰ ਜਲਾਉਣਾ ਮੁਸ਼ਕਿਲ ਹੁੰਦਾ ਹੈ ਪਰ ਸੁੱਕੇ ਪੱਤਿਆਂ ਨੂੰ ਆਸਾਨੀ ਨਾਲ ਅੱਗ ਲੱਗ ਜਾਂਦੀ ਹੈ। ਕਿਉਂ? ਹਰੇ ਪੱਤਿਆਂ ਨੂੰ ਜਲਾਉਣਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਹਰੇ ਪੱਤਿਆਂ ਦੇ ਢੇਰ ਵਿੱਚ ਨਮੀ ਜਾਂ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਇਹਨਾਂ ਦੇ ਢੇਰ ਵਿੱਚ ਆਕਸੀਜਨ ਦੀ ਸਪਲਾਈ ਬਹੁਤ ਘੱਟ ਹੁੰਦੀ ਹੈ। ਦੂਜੇ ਪਾਸੇ ਸੁੱਕੇ ਪੱਤਿਆਂ ਨੂੰ ਆਸਾਨੀ ਨਾਲ ਅੱਗ ਲੱਗ ਜਾਂਦੀ ਹੈ ਕਿਉਂਕਿ ਸੁੱਕੀਆਂ ਪੱਤੀਆਂ ਦੇ ਵਿੱਚ ਨਮੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ ਅਤੇ ਉਹਨਾਂ ਦੇ ਢੇਰ ਵਿੱਚ ਆਕਸੀਜਨ ਵੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। 43ਵਾਂ ਪ੍ਰਸ਼ਨ, ਵਾਯੂਮੰਡਲ ਸਾਨੂੰ ਡਿੱਗਣ ਵਾਲੇ ਉਲਕਾ ਤੋਂ ਕਿਵੇਂ ਬਚਾਉਂਦਾ ਹੈ? ਜਦੋਂ ਗਤੀਸ਼ੀਲ ਉਲਕਾ ਧਰਤੀ ਦੇ ਵਾਯੂਮੰਡਲ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਦਰਵ ਰਗੜ ਕਾਰਨ ਗਰਮੀ ਪੈਦਾ ਹੁੰਦੀ ਹੈ। ਇਸ ਗਰਮੀ ਕਾਰਨ ਉਲਕਾ ਨੂੰ ਅੱਗ ਲੱਗ ਜਾਂਦੀ ਹੈ ਅਤੇ ਉਹ ਵਾਯੂਮੰਡਲ ਵਿੱਚ ਹੀ ਸੜ ਕੇ ਤਬਾਹ ਹੋ ਜਾਂਦਾ ਹੈ। ਇਸ ਤਰ੍ਹਾਂ ਵਾਯੂਮੰਡਲ ਸਾਨੂੰ ਰਗੜ ਦੀ ਸਹਾਇਤਾ ਨਾਲ ਡਿੱਗਣ ਵਾਲੇ ਉਲਕਾ ਤੋਂ ਬਚਾਉਂਦਾ ਹੈ। ਇਹ ਵਾਯੂਮੰਡਲ ਸਿਰਫ ਧਰਤੀ ਉੱਤੇ ਹੀ ਮੌਜੂਦ ਹੈ। 44ਵਾਂ ਪ੍ਰਸ਼ਨ, ਇੱਕ ਪੈਂਡੂਲਮ 5 ਸੈਕਿੰਡ ਵਿੱਚ 5 ਡੋਲਨ ਪੂਰੇ ਕਰਦਾ ਹੈ। ਇਸ ਦੀ ਆਵ੍ਰਿਤੀ ਅਤੇ ਆਵਰਤਕਾਲ ਪਤਾ ਕਰੋ। ਪ੍ਰਸ਼ਨ ਅਨੁਸਾਰ ਡੋਲਨਾਂ ਦੀ ਸੰਖਿਆ 5 ਹੈ। ਡੋਲਨ ਪੂਰੇ ਕਰਨ ਲਈ ਲਿਆ ਗਿਆ ਸਮਾਂ 5 ਸੈਕਿੰਡ ਹੈ। ਆਵਰਤਕਾਲ ਇੱਕ ਡੋਲਨ ਨੂੰ ਪੂਰਾ ਚੱਕਰ ਕਰਨ ਲਈ ਲੱਗੇ ਸਮੇਂ ਬਾਰੇ ਦੱਸਦਾ ਹੈ। ਇਸ ਤਰ੍ਹਾਂ 5 ਨੂੰ ਅਸੀਂ 5 ਨਾਲ ਭਾਗ ਕਰਦੇ ਹਾਂ ਤਾਂ 1 ਸੈਕਿੰਡ ਉੱਤਰ ਆਵੇਗਾ। ਆਵਿਰਤੀ ਆਵਰਤਕਾਲ ਦਾ ਉਲਟ ਹੁੰਦਾ ਹੈ। ਇਸ ਤਰ੍ਹਾਂ ਆਵਿਰਤੀ ਵੀ 1 ਆਵੇਗੀ। 45ਵਾਂ ਪ੍ਰਸ਼ਨ, ਇੱਕ ਮੱਛਰ ਆਪਣੇ ਖੰਭਾਂ ਨੂੰ 500 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ। ਕੰਪਨ ਦਾ ਆਵਰਤ ਕਾਲ ਪਤਾ ਕਰੋ। ਮੱਛਰ ਦੇ ਖੰਭਾਂ ਤੋਂ ਪ੍ਰਾਪਤ ਧੁਨੀ ਦੀ ਆਵ੍ਰਿਤੀ 500 ਹਰਟਜ਼ ਹਨ। ਆਵਰਤਕਾਲ ਆਵਿਰਤੀ ਦਾ ਉਲਟ ਹੁੰਦਾ ਹੈ। ਇਸ ਲਈ ਆਵਰਤਕਾਲ 1 ਭਾਗ ਆਵਿਰਤੀ ਆਵੇਗਾ। 1 ਨੂੰ ਅਸੀਂ 500 ਨਾਲ ਭਾਗ ਕਰਦੇ ਹਾਂ ਤਾਂ 0.002 ਉੱਤਰ ਆਵੇਗਾ। 46ਵਾਂ ਪ੍ਰਸ਼ਨ, ਨਿਊਟਨ ਡਿਸਕ ਕੀ ਹੁੰਦੀ ਹੈ? ਨਿਊਟਨ ਡਿਸਕ ਇੱਕ ਡੰਡੀ ਨਾਲ ਘੁਮਾਉਣ ਵਾਲੀ ਗੋਲ ਚੱਕਰੀ ਹੁੰਦੀ ਹੈ ਜਿਸ ਦੇ ਉੱਪਰਲੇ ਤਲ ਤੇ ਸੂਰਜੀ ਸਪੈਕਟਰਮ ਅਨੁਸਾਰ 7 ਰੰਗ ਕੀਤੇ ਹੁੰਦੇ ਹਨ। ਜਦੋਂ ਨਿਊਟਨ ਡਿਸਕ ਤੇਜ਼ ਘੁੰਮਦੀ ਹੈ ਤਾਂ ਇਸ ਦੇ ਉੱਪਰ ਕੀਤੇ 7 ਰੰਗ ਮਿਲ ਕੇ ਸਫੇਦ ਪ੍ਰਤੀਤ ਹੁੰਦੇ ਹਨ। ਇਹ ਪ੍ਰਕਾਸ਼ 7 ਰੰਗਾਂ ਦਾ ਬਣਿਆ ਹੋਇਆ ਹੈ ਸਾਬਿਤ ਕਰਨ ਲਈ ਮਾਡਲ ਬਣਾਇਆ ਗਿਆ ਹੈ। 47ਵਾਂ ਪ੍ਰਸ਼ਨ, ਸਫੈਦ ਪ੍ਰਕਾਸ਼ ਦੇ ਸਪੈਕਟਰਮ ਦੇ ਸਾਰੇ ਰੰਗਾਂ ਨੂੰ ਤਰਤੀਬ ਵਿੱਚ ਲਿਖੋ। ਵਿਭਾਗਿਓ, ਇਹ 7 ਰੰਗ ਤਰਤੀਬ ਵਿੱਚ ਹਨ: ਬੈਂਗਣੀ, ਜਾਮਨੀ, ਨੀਲਾ, ਹਰਾ, ਪੀਲਾ, ਨਾਰੰਗੀ ਅਤੇ ਲਾਲ। 48ਵਾਂ ਪ੍ਰਸ਼ਨ, ਦ੍ਰਿੜਤਾ ਦਰਸ਼ਨ ਕੀ ਹੁੰਦਾ ਹੈ? ਸਾਡੀਆਂ ਅੱਖਾਂ ਵੱਲੋਂ ਵੇਖੇ ਗਏ ਪ੍ਰਤੀਬਿੰਬ ਦਾ ਦਿਮਾਗ ਤੇ ਪ੍ਰਭਾਵ 1 ਸੈਕਿੰਡ ਦੇ 1/16 ਹਿੱਸੇ ਤੱਕ ਰਹਿੰਦਾ ਹੈ। ਇਸ ਕਿਰਿਆ ਨੂੰ ਦ੍ਰਿੜਤਾ ਦਰਸ਼ਨ ਕਿਹਾ ਜਾਂਦਾ ਹੈ। 49ਵਾਂ ਪ੍ਰਸ਼ਨ, ਟੀਕਾਕਰਨ ਦੀ ਪਰਿਭਾਸ਼ਾ ਲਿਖੋ। ਅਜਿਹੀਆਂ 3 ਬਿਮਾਰੀਆਂ ਦੇ ਨਾਂ ਲਿਖੋ ਜਿਨ੍ਹਾਂ ਨੂੰ ਟੀਕਾਕਰਨ ਰਾਹੀਂ ਰੋਕਿਆ ਜਾ ਸਕਦਾ ਹੈ। ਇਸ ਵਿਧੀ ਵਿੱਚ ਸਰੀਰ ਅੰਦਰ ਘੱਟ ਕਿਰਿਆਸ਼ੀਲ ਰੋਗਾਣੂ ਭੇਜ ਕੇ ਪ੍ਰਤੀਪਿੰਡ ਤਿਆਰ ਕੀਤੇ ਜਾਂਦੇ ਹਨ ਤਾਂ ਜੋ ਸਾਡਾ ਸਰੀਰ ਉਹਨਾਂ ਰੋਗਾਣੂਆਂ ਦਾ ਟਾਕਰਾ ਕਰ ਸਕੇ। ਇਸ ਤਰ੍ਹਾਂ ਅਸੀਂ ਕਿਸੇ ਖਾਸ ਬਿਮਾਰੀ ਲਈ ਪ੍ਰਤੀਪਿੰਡ ਤਿਆਰ ਕਰਕੇ ਉਸ ਬਿਮਾਰੀ ਤੋਂ ਬਚਾਅ ਕਰ ਸਕਦੇ ਹਾਂ। ਪੋਲੀਓ, ਟੈਟਨਸ ਅਤੇ ਹਲਕਾ ਜਿਹੇ ਰੋਗਾਂ ਨੂੰ ਟੀਕਾਕਰਨ ਨਾਲ ਰੋਕਿਆ ਜਾ ਸਕਦਾ ਹੈ। 50ਵਾਂ ਪ੍ਰਸ਼ਨ, ਕਾਰਬਨੀਕਰਨ ਕੀ ਹੈ? ਧਰਤੀ ਹੇਠ ਦੱਬੀ ਹੋਈ ਮਿਰਤ ਬਨਸਪਤੀ ਦੇ ਕੋਲੇ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਾਰਬਨੀਕਰਨ ਕਹਿੰਦੇ ਹਨ। ਇਸ ਬਨਸਪਤੀ ਉੱਪਰ ਬੈਕਟੀਰੀਆ ਅਤੇ ਹੋਰ ਸੂਖਮ ਜੀਵਾਂ ਦੀ ਕਿਰਿਆ, ਉੱਚ ਦਬਾਅ, ਉੱਚ ਤਾਪਮਾਨ ਅਤੇ ਹਵਾ ਦੀ ਗੈਰ ਮੌਜੂਦਗੀ ਦੇ ਪ੍ਰਭਾਵ ਨਾਲ ਕੋਲੇ ਦੀ ਉਪਜ ਹੁੰਦੀ ਹੈ। ਹੁਣ ਅਸੀਂ ਆਪਣੇ ਸਾਰੇ ਪਾਠਾਂ ਦੇ 3 ਅੰਕਾਂ ਵਾਲੇ ਪ੍ਰਸ਼ਨਾਂ ਬਾਰੇ ਗੱਲਬਾਤ ਕਰਦੇ ਹਾਂ। ਪਹਿਲਾ ਪ੍ਰਸ਼ਨ, ਭੋਜਨ ਦੀ ਸੰਭਾਲ ਦੇ ਵੱਖ-ਵੱਖ ਢੰਗ ਲਿਖੋ। ਪਹਿਲਾ ਭੋਜਨ ਦੀ ਸੰਭਾਲ ਬਾਰੇ ਗੱਲਬਾਤ ਕਰਦੇ ਹਾਂ। ਭੋਜਨ ਸੰਭਾਲ ਦੀ ਅਜਿਹੀ ਵਿਧੀ,
ਜਿਸ ਰਾਹੀਂ ਭੋਜਨ ਨੂੰ ਲੰਬੇ ਸਮੇਂ ਤੱਕ ਸਾਂਭ ਕੇ ਵੀ ਰੱਖਿਆ ਜਾਵੇ ਅਤੇ ਇਸ ਦੇ ਪੋਸ਼ਕ ਤੱਤ ਵੀ ਕਾਇਮ ਰਹਿਣ, ਉਸ ਨੂੰ ਭੋਜਨ ਦੀ ਸੰਭਾਲ ਕਿਹਾ ਜਾਂਦਾ ਹੈ। ਆਮ ਤੌਰ ਤੇ ਸੁਰੱਖਿਅਨ ਤੋਂ ਭਾਵ ਜੀਵਾਣੂ, ਉੱਲੀਆਂ ਅਤੇ ਹੋਰ ਸੂਖਮ ਜੀਵਾਂ ਦੇ ਵਾਧੇ ਨੂੰ ਰੋਕਣਾ ਅਤੇ ਘਿਓ ਤੇਲਾਂ ਦੇ ਆਕਸੀਕਰਨ ਨੂੰ ਰੋਕਣਾ ਹੈ, ਜਿਸ ਕਾਰਨ ਸੜਾਂਧ ਪੈਦਾ ਹੁੰਦੀ ਹੈ। ਹੁਣ ਭੋਜਨ ਦੀ ਸੰਭਾਲ ਦੇ ਢੰਗ ਬਾਰੇ ਗੱਲਬਾਤ ਕਰਦੇ ਹਾਂ। ਇਹ ਢੰਗ ਹਨ: ਸੁਕਾਉਣਾ, ਖੰਡ ਅਤੇ ਲੂਣ ਨਾਲ ਭੋਜਨ ਦੀ ਸੰਭਾਲ, ਸਿਰਕੇ ਨਾਲ ਭੋਜਨ ਦੀ ਸੰਭਾਲ, ਗਰਮ ਅਤੇ ਠੰਡਾ ਉਪਚਾਰ, ਹਵਾ ਰਹਿਤ ਪੈਕਿੰਗ ਅਤੇ ਠੰਡਾ ਜਮਾਉਣਾ। ਹੁਣ ਅਸੀਂ ਸਾਰਿਆਂ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਦੇ ਹਾਂ। ਪਹਿਲਾ ਢੰਗ, ਸੁਕਾਉਣਾ। ਇਸ ਵਿਧੀ ਵਿੱਚ ਭੋਜਨ ਪਦਾਰਥਾਂ ਵਿੱਚੋਂ ਪਾਣੀ ਦੀ ਮਾਤਰਾ ਇਸ ਹੱਦ ਤੱਕ ਘਟਾਈ ਜਾਂਦੀ ਹੈ ਕਿ ਸੂਖਮ ਜੀਵਾਂ ਦੇ ਵਾਧੇ ਵਿੱਚ ਰੁਕਾਵਟ ਅਤੇ ਦੇਰੀ ਹੋਵੇ। ਜਿਵੇਂ ਕਣਕ, ਮੱਕੀ, ਜੌਂ, ਜਵੀ ਆਦਿ ਨੂੰ ਸੁਕਾਇਆ ਜਾਂਦਾ ਹੈ। ਦੂਜਾ ਢੰਗ, ਖੰਡ ਅਤੇ ਲੂਣ ਨਾਲ ਭੋਜਨ ਦੀ ਸੰਭਾਲ। ਖੰਡ ਅਤੇ ਲੂਣ ਸੂਖਮ ਜੀਵਾਂ ਅਤੇ ਭੋਜਨ ਵਿੱਚੋਂ ਪਾਣੀ ਸੋਖ ਲੈਂਦੇ ਹਨ, ਜਿਸ ਨਾਲ ਸੂਖਮ ਜੀਵਾਂ ਦਾ ਵਾਧਾ ਰੁਕ ਜਾਂਦਾ ਹੈ। ਮਾਸ, ਮੱਛੀ ਅਤੇ ਸੁਕਾਈਆਂ ਗਈਆਂ ਸਬਜ਼ੀਆਂ ਨੂੰ ਲੂਣ ਨਾਲ ਢੱਕਿਆ ਜਾਂਦਾ ਹੈ। ਜੈਮ ਅਤੇ ਜੈਲੀ ਦੀ ਸੰਭਾਲ ਖੰਡ ਨਾਲ ਕੀਤੀ ਜਾਂਦੀ ਹੈ। ਤੀਜਾ ਢੰਗ, ਸਿਰਕੇ ਨਾਲ ਭੋਜਨ ਦੀ ਸੰਭਾਲ। ਸਿਰਕੇ ਦੀ ਵਰਤੋਂ ਕਈ ਤਰ੍ਹਾਂ ਦੇ ਅਚਾਰ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਨਾਲ ਵੀ ਸੂਖਮ ਜੀਵਾਂ ਦਾ ਵਾਧਾ ਰੁਕ ਜਾਂਦਾ ਹੈ। ਚੌਥਾ ਢੰਗ, ਭੋਜਨ ਪਦਾਰਥਾਂ ਨੂੰ ਸਟੋਰ ਕਰਨ ਤੋਂ ਪਹਿਲਾਂ ਜੋ ਉਬਾਲਿਆ ਜਾਂਦਾ ਹੈ, ਜਦਕਿ ਕਈ ਪਦਾਰਥਾਂ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ, ਕਿਉਂਕਿ ਘੱਟ ਤਾਪਮਾਨ ਸੂਖਮ ਜੀਵਾਂ ਦੇ ਵਾਧੇ ਨੂੰ ਘਟਾਉਂਦਾ ਹੈ। ਪਾਸਚਰੀਕਰਨ ਦੁੱਧ ਵਿੱਚ ਸੂਖਮ ਜੀਵਾਂ ਦਾ ਵਾਧਾ ਰੋਕਣ ਦੀ ਇੱਕ ਹੋਰ ਵਿਧੀ ਹੈ। ਇਸ ਵਿਧੀ ਵਿੱਚ ਦੁੱਧ ਨੂੰ 15 ਤੋਂ 30 ਮਿੰਟਾਂ ਤੱਕ 70 ਡਿਗਰੀ ਸੈਲਸੀਅਸ ਤੋਂ 100 ਡਿਗਰੀ ਸੈਲਸੀਅਸ ਤੱਕ ਗਰਮ ਕਰਕੇ ਇੱਕਦਮ ਠੰਡਾ ਕਰਕੇ ਸਟੋਰ ਕੀਤਾ ਜਾਂਦਾ ਹੈ। ਇਸ ਵਿਧੀ ਨੂੰ ਪਾਸਚਰੀਕਰਨ ਕਹਿੰਦੇ ਹਨ। ਪੰਜਵਾਂ ਢੰਗ, ਹਵਾ ਰਹਿਤ ਪੈਕਿੰਗ। ਹਵਾ ਰਹਿਤ ਪੈਕਿੰਗ ਅਜਿਹੀ ਵਿਧੀ ਹੈ ਜਿਸ ਵਿੱਚ ਭੋਜਨ ਦੇ ਪੈਕਟਾਂ ਨੂੰ ਸੀਲ ਬੰਦ ਕਰਨ ਤੋਂ ਪਹਿਲਾਂ ਪੈਕਟਾਂ ਵਿੱਚੋਂ ਹਵਾ ਕੱਢ ਲਈ ਜਾਂਦੀ ਹੈ। ਇਹ ਵਿਧੀ ਅਕਸਰ ਸੁੱਕੇ ਮੇਵੇ ਆਦਿ ਪੈਕ ਕਰਨ ਲਈ ਵਰਤੀ ਜਾਂਦੀ ਹੈ। ਛੇਵਾਂ ਢੰਗ, ਠੰਡਾ ਜਮਾਉਣਾ। ਜਦੋਂ ਭੋਜਨ ਪਦਾਰਥਾਂ ਨੂੰ ਜਮਾਓ ਦਰਜੇ ਤੋਂ ਘੱਟ ਤਾਪਮਾਨ ਤੇ ਰੱਖਿਆ ਜਾਂਦਾ ਹੈ ਤਾਂ ਕੁਝ ਸੂਖਮ ਜੀਵ ਮਰ ਜਾਂਦੇ ਹਨ ਅਤੇ ਬਾਕੀਆਂ ਦਾ ਵਾਧਾ ਘਟ ਜਾਂਦਾ ਹੈ। ਦੂਜਾ ਪ੍ਰਸ਼ਨ, ਜੰਗਲਾਂ ਦੇ ਨਸ਼ਟ ਹੋਣ ਦੇ ਵੱਖ-ਵੱਖ ਕਾਰਨ ਲਿਖੋ। ਜੰਗਲਾਂ ਦੇ ਨਸ਼ਟ ਹੋਣ ਦੇ ਮੁੱਖ ਕਾਰਨ: ਖੇਤੀਬਾੜੀ, ਉਦਯੋਗੀਕਰਨ, ਲੱਕੜਾਂ ਦੀ ਕਟਾਈ, ਸ਼ਹਿਰੀਕਰਨ, ਖਾਣਾ ਪੁੱਟਣ ਕਾਰਨ, ਡੈਮ, ਸੜਕਾਂ ਜਾਂ ਬੰਨ ਦੀ ਉਸਾਰੀ, ਵੱਧ ਪਸ਼ੂ ਚਰਾਉਣਾ। ਤੀਜਾ ਪ੍ਰਸ਼ਨ, ਜੰਗਲਾਂ ਦੇ ਨਸ਼ਟ ਹੋਣ ਦੇ ਕੀ ਸਿੱਟੇ ਹੁੰਦੇ ਹਨ? ਜੰਗਲਾਂ ਦੀ ਕਟਾਈ ਦੇ ਬੁਰੇ ਪ੍ਰਭਾਵ ਹੋਣਗੇ ਜਲ ਚੱਕਰ ਵਿੱਚ ਵਿਗਾੜ, ਹਵਾ ਪ੍ਰਦੂਸ਼ਣ, ਵਿਸ਼ਵ ਦੇ ਤਾਪਮਾਨ ਵਿੱਚ ਵਾਧਾ, ਭੌ, ਖੋਰ, ਜੰਗਲੀ ਜੀਵਾਂ ਦੇ ਨਿਵਾਸ ਸਥਾਨ ਦਾ ਨਸ਼ਟ ਹੋਣਾ, ਸੋਕੇ ਦੀ ਸਮੱਸਿਆ, ਮਾਰੂਥਲੀਕਰਨ ਵਿੱਚ ਵਾਧਾ। ਚੌਥਾ ਪ੍ਰਸ਼ਨ, ਨਿਸ਼ੇਚਨ ਕਿਰਿਆ ਤੋਂ ਕੀ ਭਾਵ ਹੈ? ਬਾਹਰੀ ਨਿਸ਼ੇਚਨ ਅਤੇ ਅੰਦਰੂਨੀ ਨਿਸ਼ੇਚਨ ਵਿਚਕਾਰ ਕੀ ਅੰਤਰ ਹੈ? ਨਰ ਯੁਗਮਕ ਜਾਂ ਸ਼ੁਕਰਾਣੂ ਅਤੇ ਮਾਦਾ ਯੁਗਮਕ ਜਾਂ ਅੰਡਾਣੂ ਮਿਲ ਕੇ ਯੁਗਮਜ ਬਣਾਉਂਦੇ ਹਨ। ਇਸ ਕਿਰਿਆ ਨੂੰ ਨਿਸ਼ੇਚਨ ਕਿਰਿਆ ਕਿਹਾ ਜਾਂਦਾ ਹੈ। ਨਿਸ਼ੇਚਨ ਦੋ ਪ੍ਰਕਾਰ ਦੀ ਹੁੰਦੀ ਹੈ, ਅੰਦਰੂਨੀ ਨਿਸ਼ੇਚਨ ਅਤੇ ਬਾਹਰੀ ਨਿਸ਼ੇਚਨ। ਪਹਿਲਾ, ਅੰਦਰੂਨੀ ਨਿਸ਼ੇਚਨ ਬਾਰੇ ਗੱਲਬਾਤ ਕਰਦੇ ਹਾਂ। ਇਹ ਕਿਰਿਆ ਮਾਦਾ ਦੇ ਸਰੀਰ ਅੰਦਰ ਹੁੰਦੀ ਹੈ। ਇਸ ਵਿੱਚ ਯੁਗਮਕ ਘੱਟ ਗਿਣਤੀ ਵਿੱਚ ਬਣਦੇ ਹਨ। ਨਿਸ਼ੇਚਨ ਦੀ ਇਹ ਵਿਧੀ ਵੱਧ ਕਾਮਯਾਬ ਹੁੰਦੀ ਹੈ। ਉਦਾਹਰਣ, ਮਨੁੱਖ ਵਿੱਚ ਨਿਸ਼ੇਚਨ। ਹੁਣ, ਬਾਹਰੀ ਨਿਸ਼ੇਚਨ, ਇਹ ਕਿਰਿਆ ਮਾਦਾ ਦੇ ਸਰੀਰ ਦੇ ਬਾਹਰ ਹੁੰਦੀ ਹੈ। ਇਸ ਵਿੱਚ ਯੁਗਮਕ ਵੱਧ ਗਿਣਤੀ ਵਿੱਚ ਬਣਦੇ ਹਨ। ਇਹ ਅੰਦਰੂਨੀ ਨਿਸ਼ੇਚਨ ਨਾਲੋਂ ਘੱਟ ਕਾਮਯਾਬ ਹੈ। ਉਦਾਹਰਣ, ਡੱਡੂ ਵਿੱਚ ਨਿਸ਼ੇਚਨ। ਪੰਜਵਾਂ ਪ੍ਰਸ਼ਨ, ਮਨੁੱਖ ਵਿੱਚ ਨਿਸ਼ੇਚਨ ਕਿਰਿਆ ਦਾ ਵਰਣਨ ਕਰੋ। ਮਨੁੱਖ ਵਿੱਚ ਨਿਸ਼ੇਚਨ ਕਿਰਿਆ ਅੰਦਰੂਨੀ ਹੁੰਦੀ ਹੈ। ਮਨੁੱਖਾਂ ਵਿੱਚ ਨਰ ਯੁਗਮਕ ਨੂੰ ਸ਼ੁਕਰਾਣੂ ਕਿਹਾ ਜਾਂਦਾ ਹੈ ਅਤੇ ਮਾਦਾ ਯੁਗਮਕ ਨੂੰ ਅੰਡਾਣੂ ਕਿਹਾ ਜਾਂਦਾ ਹੈ। ਮਾਦਾ ਪ੍ਰਜਨਨ ਪ੍ਰਣਾਲੀ ਵਿੱਚ ਕਿਸੇ ਅੰਡਕੋਸ਼ ਦੁਆਰਾ ਇੱਕ ਅੰਡਾਣੂ ਪੈਦਾ ਕੀਤਾ ਜਾਂਦਾ ਹੈ। ਅੰਡਾਣੂ ਅੰਡਵਹਿਣੀ ਜਾਂ ਫੈਲੋਪੀਅਨ ਟਿਊਬ ਤੱਕ ਪਹੁੰਚਦਾ ਹੈ। ਅੰਡਵਹਿਣੀ ਵਿੱਚ ਹੀ ਅੰਡਾਣੂ ਅਤੇ ਸ਼ੁਕਰਾਣੂ ਮਿਲਦੇ ਹਨ, ਜਿਸ ਦੇ ਸਿੱਟੇ ਵਜੋਂ ਯੁਗਮਜ ਦਾ ਨਿਰਮਾਣ ਹੁੰਦਾ ਹੈ। ਇਸ ਕਿਰਿਆ ਨੂੰ ਨਿਸ਼ੇਚਨ ਕਿਰਿਆ ਕਿਹਾ ਜਾਂਦਾ ਹੈ। ਛੇਵਾਂ ਪ੍ਰਸ਼ਨ, ਜੋਬਨ ਅਵਸਥਾ ਵਿੱਚ ਹੋਣ ਵਾਲੇ ਪਰਿਵਰਤਨਾਂ ਦੀ ਸੂਚੀ ਬਣਾਓ। ਲੜਕੀਆਂ ਵਿੱਚ ਹੋਣ ਵਾਲੇ ਸਰੀਰਕ ਪਰਿਵਰਤਨ: ਮੋਢੇ ਚੌੜੇ ਹੋ ਜਾਂਦੇ ਹਨ। ਲੜਕੀਆਂ ਦੇ ਮੁਕਾਬਲੇ ਮਾਸਪੇਸ਼ੀਆਂ ਦਾ ਵਾਧਾ ਜ਼ਿਆਦਾ ਹੁੰਦਾ ਹੈ। ਛਾਤੀ ਜ਼ਿਆਦਾ ਚੌੜੀ ਹੋ ਜਾਂਦੀ ਹੈ।
ਚਿਹਰੇ ਅਤੇ ਜਣਨ ਅੰਗਾਂ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਆਵਾਜ਼ ਵਿੱਚ ਭਾਰੀਪਨ ਆ ਜਾਂਦਾ ਹੈ। ਲੜਕੀਆਂ ਵਿੱਚ ਸਰੀਰਕ ਪਰਿਵਰਤਨ, ਕਮਰ ਤੋਂ ਹੇਠਲਾ ਹਿੱਸਾ ਚੌੜਾ ਹੋ ਜਾਂਦਾ ਹੈ। ਲੜਕਿਆਂ ਦੇ ਮੁਕਾਬਲੇ ਮਾਸਪੇਸ਼ੀਆਂ ਦਾ ਵਾਧਾ ਘੱਟ ਹੁੰਦਾ ਹੈ। ਦੁੱਧ ਗ੍ਰੰਥੀਆਂ ਵਿਕਸਿਤ ਹੁੰਦੀਆਂ ਹਨ ਅਤੇ ਆਕਾਰ ਵਿੱਚ ਵੱਡੀਆਂ ਹੋ ਜਾਂਦੀਆਂ ਹਨ। ਜਣਨ ਅੰਗਾਂ ਤੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਆਵਾਜ਼ ਵਿੱਚ ਤਿੱਖਾਪਨ ਆ ਜਾਂਦਾ ਹੈ। 7ਵਾਂ ਪ੍ਰਸ਼ਨ, ਰਗੜ ਇੱਕ ਜ਼ਰੂਰੀ ਬੁਰਾਈ ਹੈ। ਉਦਾਹਰਨਾਂ ਨਾਲ ਸਮਝਾਓ। ਰਗੜ ਕੁਝ ਕਾਰਨਾਂ ਕਰਕੇ ਹਾਨੀਕਾਰਕ ਹੈ, ਜਿਵੇਂ ਰਗੜ ਨਾਲ ਜੁੱਤੀਆਂ ਦੇ ਤਲੇ ਘਿਸ ਜਾਂਦੇ ਹਨ। ਰਗੜ ਨਾਲ ਵਾਹਨਾਂ ਦੇ ਟਾਇਰ ਘਿਸ ਜਾਂਦੇ ਹਨ। ਰਗੜ ਨਾਲ ਮਸ਼ੀਨਾਂ ਦੇ ਪੁਰਜੇ ਘਸ ਜਾਂਦੇ ਹਨ। ਰਗੜ ਬਲ ਗਤੀ ਦਾ ਵਿਰੋਧ ਕਰਦਾ ਹੈ, ਜਿਸ ਕਾਰਨ ਵਾਹਨਾਂ ਵਿੱਚ ਊਰਜਾ ਨਸ਼ਟ ਹੁੰਦੀ ਹੈ। ਰਗੜ ਨਾਲ ਬੇਲੋੜਾ ਤਾਪ ਪੈਦਾ ਹੁੰਦਾ ਹੈ। ਰਗੜ ਕੁਝ ਕਾਰਨਾਂ ਕਰਕੇ ਲਾਭਦਾਇਕ ਹੈ, ਉਹਨਾਂ ਬਾਰੇ ਗੱਲਬਾਤ ਕਰਦੇ ਹਾਂ। ਰਗੜ ਨਾਲ ਅਸੀਂ ਵਸਤੂਆਂ ਨੂੰ ਪਕੜ ਸਕਦੇ ਹਾਂ, ਜਿਵੇਂ ਪੈਨ ਨੂੰ ਪਕੜ ਕੇ ਕਾਪੀ ਉੱਤੇ ਲਿਖਣਾ। ਰਗੜ ਕਾਰਨ ਅਸੀਂ ਚੱਲ ਸਕਦੇ ਹਾਂ। ਰਗੜ ਨਾਲ ਅਸੀਂ ਲੋੜ ਅਨੁਸਾਰ ਤਾਪ ਪੈਦਾ ਕਰ ਸਕਦੇ ਹਾਂ। ਬ੍ਰੇਕ ਦੀ ਰਗੜ ਨਾਲ ਅਸੀਂ ਗਤੀਸ਼ੀਲ ਵਾਹਨ ਨੂੰ ਰੋਕ ਸਕਦੇ ਹਾਂ ਜਾਂ ਵਾਹਨ ਨੂੰ ਧੀਮਾ ਕਰ ਸਕਦੇ ਹਾਂ। ਰਗੜ ਨਾਲ ਅਸੀਂ ਚਾਕੂ ਜਾਂ ਕੋਈ ਹੋਰ ਤਾਰਦਾਰ ਔਜ਼ਾਰ ਤਿੱਖੇ ਕਰ ਸਕਦੇ ਹਾਂ। ਸਪਸ਼ਟ ਕਿ ਰਗੜ ਹਾਨੀਕਾਰਕ ਤਾਂ ਹੈ, ਪਰੰਤੂ ਇਸ ਦੇ ਅਜਿਹੇ ਉਪਯੋਗ ਵੀ ਹਨ ਜਿਨ੍ਹਾਂ ਨਾਲ ਸਾਡਾ ਜੀਵਨ ਸੁਖਾਲਾ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਰਗੜ ਇੱਕ ਜ਼ਰੂਰੀ ਬੁਰਾਈ ਹੈ। 8ਵਾਂ ਪ੍ਰਸ਼ਨ, ਆਪਣੇ ਵਾਤਾਵਰਣ ਵਿੱਚੋਂ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਓ। ਸ਼ੋਰ ਪ੍ਰਦੂਸ਼ਣ ਮਨੁੱਖ ਲਈ ਕਿਸ ਤਰ੍ਹਾਂ ਹਾਨੀਕਾਰਕ ਹੈ? ਸ਼ੋਰ ਪ੍ਰਦੂਸ਼ਣ ਦੇ ਸਰੋਤ ਬਾਰੇ ਗੱਲਬਾਤ ਕਰਦੇ ਹਾਂ। ਇਹ ਸਰੋਤ ਹੋ ਸਕਦੇ ਹਨ, ਜਿਵੇਂ ਆਵਾਜਾਈ ਦੇ ਸਾਧਨਾਂ ਦੇ ਹਾਰਨ, ਪੱਖੇ ਅਤੇ ਕੂਲਰ ਦੀ ਧੁਨੀ, ਲਾਊਡ ਸਪੀਕਰ ਦੀ ਧੁਨੀ, ਟੈਲੀਵਿਜ਼ਨ ਦੀ ਤੇਜ਼ ਧੁਨੀ, ਪਟਾਖਿਆਂ ਦੀ ਧੁਨੀ, ਵਿਦਿਆਰਥੀਆਂ ਦੇ ਰੌਲੇ ਦੀ ਧੁਨੀ, ਮਸ਼ੀਨਾਂ ਦੇ ਚੱਲਣ ਦੀ ਧੁਨੀ। ਹੁਣ ਅਸੀਂ ਸ਼ੋਰ ਪ੍ਰਦੂਸ਼ਣ ਹਾਨੀਕਾਰਕ ਕਿਉਂ ਹੈ? ਸ਼ੋਰ ਪ੍ਰਦੂਸ਼ਣ ਦਾ ਸਾਡੇ ਸਰੀਰ ਉੱਤੇ ਕੀ ਮਾੜਾ ਪ੍ਰਭਾਵ ਪੈਂਦਾ ਹੈ, ਇਸ ਬਾਰੇ ਗੱਲਬਾਤ ਕਰਦੇ ਹਾਂ। 80 ਡੈਸੀਬਲ ਤੋਂ ਵੱਧ ਧੁਨੀ ਸੁਣਨ ਨਾਲ ਬੋਲਾਪਨ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਨਾਲ ਲਹੂ ਦਾ ਦਬਾਅ ਵੱਧ ਸਕਦਾ ਹੈ। ਲਗਾਤਾਰ ਸ਼ੋਰ ਪ੍ਰਦੂਸ਼ਣ ਨਾਲ ਦਿਲ ਦਾ ਰੋਗ ਵੀ ਹੋ ਸਕਦਾ ਹੈ। ਸ਼ੋਰ ਪ੍ਰਦੂਸ਼ਣ ਨਾਲ ਬੇਚੈਨੀ ਦਾ ਹੋਣਾ, ਤਣਾਅ ਅਤੇ ਪਰੇਸ਼ਾਨੀ ਆ ਸਕਦੀ ਹੈ। ਸ਼ੋਰ ਪ੍ਰਦੂਸ਼ਣ ਵਿੱਚ ਮਾਨਸਿਕ ਇਕਾਗਰਤਾ ਬਣਾਉਣ ਵਿੱਚ ਸਮੱਸਿਆ ਆਉਂਦੀ ਹੈ। 9ਵਾਂ ਪ੍ਰਸ਼ਨ, ਸ਼ੋਰ ਪ੍ਰਦੂਸ਼ਣ ਘਟਾਉਣ ਦੇ ਕੁਝ ਤਰੀਕੇ ਲਿਖੋ। ਸ਼ੋਰ ਪ੍ਰਦੂਸ਼ਣ ਘਟਾਉਣ ਦੇ ਕੁਝ ਤਰੀਕੇ ਬਾਰੇ ਗੱਲਬਾਤ ਕਰਦੇ ਹਾਂ, ਕਿਉਂਕਿ ਸ਼ੋਰ ਪ੍ਰਦੂਸ਼ਣ ਦਾ ਸਾਡੇ ਸਰੀਰ ਉੱਤੇ ਕਾਫੀ ਬੁਰਾ ਪ੍ਰਭਾਵ ਪੈਂਦਾ ਹੈ। ਆਓ ਇਸ ਨੂੰ ਘੱਟ ਕਰਨ ਦੇ ਤਰੀਕੇ ਬਾਰੇ ਗੱਲਬਾਤ ਕਰੀਏ। ਪਟਾਕਿਆਂ ਤੇ ਪੂਰੀ ਤਰ੍ਹਾਂ ਰੋਕ ਲਗਾਉਣੀ ਚਾਹੀਦੀ ਹੈ। ਸੜਕਾਂ ਦੇ ਆਲੇ ਦੁਆਲੇ ਰੁੱਖ ਲਗਾਏ ਜਾਣੇ ਚਾਹੀਦੇ ਹਨ। ਘਰਾਂ ਵਿੱਚ ਮੋਟੇ ਪਰਦੇ ਲਗਾਉਣੇ ਚਾਹੀਦੇ ਹਨ। ਘਰਾਂ ਵਿੱਚ ਉਪਕਰਨਾਂ ਨੂੰ ਵੀ ਸਮੇਂ-ਸਮੇਂ ਤੇ ਤੇਲ ਦੇਣਾ ਚਾਹੀਦਾ ਹੈ। ਲਾਊਡ ਸਪੀਕਰਾਂ ਦਾ ਸਮਾਂ ਅਤੇ ਤੀਬਰਤਾ ਤੈਅ ਹੋਣੀ ਚਾਹੀਦੀ ਹੈ। ਟੀ.ਵੀ, ਰੇਡੀਓ ਆਦਿ ਯੰਤਰਾਂ ਨੂੰ ਘੱਟ ਧੁਨੀ ਪ੍ਰਬਲਤਾ ਤੇ ਚਲਾਉਣਾ ਚਾਹੀਦਾ ਹੈ। ਪ੍ਰੈਸ਼ਰ ਹਾਰਨਾਂ ਤੇ ਪੂਰੀ ਤਰ੍ਹਾਂ ਰੋਕ ਜ਼ਰੂਰੀ ਹੈ। ਫੈਕਟਰੀਆਂ ਵਿੱਚ ਮਸ਼ੀਨਾਂ ਦੀ ਸਮੇਂ ਤੇ ਰਿਪੇਅਰ ਹੋਣੀ ਚਾਹੀਦੀ ਹੈ। 10ਵਾਂ ਪ੍ਰਸ਼ਨ, ਮਨੁੱਖੀ ਕੰਨ ਦੀ ਸੰਰਚਨਾ ਬਾਰੇ ਦੱਸੋ ਅਤੇ ਸਮਝਾਓ ਕਿ ਇਹ ਕਿਵੇਂ ਕੰਮ ਕਰਦਾ ਹੈ। ਮਨੁੱਖੀ ਕੰਨ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ ਹੈ: ਬਾਹਰੀ ਕੰਨ, ਵਿਚਲਾ ਕੰਨ ਅਤੇ ਅੰਦਰਲਾ ਕੰਨ। ਆਓ ਇੱਕ ਭਾਗ ਬਾਰੇ ਗੱਲਬਾਤ ਕਰਦੇ ਹਾਂ। ਪਹਿਲਾ ਭਾਗ, ਬਾਹਰੀ ਕੰਨ। ਬਾਹਰੀ ਕੰਨ ਦਾ ਧੁਨੀ ਤਰੰਗਾਂ ਨੂੰ ਇਕੱਤਰ ਕਰਕੇ ਕੰਨ ਦੀ ਨਾਲੀ ਵਿੱਚ ਭੇਜਦਾ ਹੈ। ਧੁਨੀ ਤਰੰਗਾਂ ਕੰਨ ਦੇ ਪਰਦੇ ਤੱਕ ਪਹੁੰਚਦੀਆਂ ਹਨ। ਧੁਨੀ ਤਰੰਗਾਂ ਦੀਆਂ ਨਪੀੜਨਾਂ ਕੰਨ ਦੇ ਪਰਦੇ ਵਿੱਚ ਕੰਪਨ ਪੈਦਾ ਕਰਦੀਆਂ ਹਨ। ਦੂਜਾ ਭਾਗ, ਵਿਚਲਾ ਕੰਨ। ਵਿਚਲੇ ਕੰਨ ਵਿੱਚ 3 ਹੱਡੀਆਂ ਹੁੰਦੀਆਂ ਹਨ: ਮੈਲਿਸ, ਇੰਕਸ ਅਤੇ ਸਟੇਪਿਸ। ਇਹ ਬਾਹਰੀ ਕੰਨ ਤੋਂ ਪ੍ਰਾਪਤ ਕੰਪਨਾਨ ਦੇ ਆਯਾਮ ਨੂੰ ਕਈ ਗੁਣਾ ਵਧਾ ਦਿੰਦੀਆਂ ਹਨ ਅਤੇ ਕੰਪਨਾਨ ਨੂੰ ਅੰਦਰਲੇ ਕੰਨ ਵਿੱਚ ਭੇਜਦੀਆਂ ਹਨ। ਤੀਜਾ ਭਾਗ, ਅੰਦਰਲਾ ਕੰਨ। ਵਿਚਲੇ ਕੰਨ ਤੋਂ ਕੰਪਨ ਅੰਦਰਲੇ ਕੰਨ ਵਿੱਚ ਮੌਜੂਦ ਕੋਕਲੀਆ ਕੋਲ ਪਹੁੰਚਦੀ ਹੈ। ਅੰਦਰਲੇ ਕੰਨ ਵਿੱਚ ਤਰਲ ਨਾਲ ਭਰੀਆਂ ਅਰਧ ਚੱਕਰਾਕਾਰ ਟਿਊਬਾਂ ਹੁੰਦੀਆਂ ਹਨ, ਜਿਹੜੀਆਂ ਸਰੀਰ ਦਾ ਸੰਤੁਲਨ ਬਣਾਉਣ ਵਿੱਚ ਮਦਦ ਕਰਦੀਆਂ ਹਨ। ਅੰਦਰਲਾ ਕੰਨ ਇਹਨਾਂ ਕੰਪਨਾਨ ਨੂੰ ਬਿਜਲੀ ਸੰਕੇਤਾਂ ਵਿੱਚ ਬਦਲ ਕੇ ਆਡਿਟਰੀ ਨਸ ਰਾਹੀਂ ਦਿਮਾਗ ਤੱਕ ਭੇਜਦਾ ਹੈ ਅਤੇ ਅਸੀਂ ਧੁਨੀ ਸੁਣਦੇ ਹਾਂ। 11ਵਾਂ ਪ੍ਰਸ਼ਨ, ਬਿਜਲੀ ਧਾਰਾ ਦਾ ਇਸਤੇਮਾਲ ਕਰਕੇ ਅਸ਼ੁੱਧ ਧਾਤਾਂ ਨੂੰ ਕਿਵੇਂ ਸ਼ੁੱਧ ਕੀਤਾ ਜਾਂਦਾ ਹੈ? ਬਿਜਲੀ ਅਪਘਟਨ ਕਿਰਿਆ ਰਾਹੀਂ ਧਾਤਾਂ ਦੇ ਅਸ਼ੁੱਧ ਨਮੂਨੇ ਤੋਂ ਸ਼ੁੱਧ ਧਾਤ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਕਿਰਿਆ ਵਿੱਚ ਇੱਕ ਬਰਤਨ ਲਿਆ ਜਾਂਦਾ ਹੈ ਜਿਸ ਵਿੱਚ ਉਸ ਧਾਤ ਦੇ ਇਲੈਕਟ੍ਰਾਡ ਅਤੇ ਉਸੇ ਧਾਤ ਦੇ ਇਲੈਕਟ੍ਰੋਲਾਈਟ ਦਾ ਘੋਲ ਲਿਆ ਜਾਂਦਾ ਹੈ ਜਿਸ ਦਾ ਸ਼ੁੱਧੀਕਰਨ ਕਰਨਾ ਹੁੰਦਾ ਹੈ। ਉਦਾਹਰਣ, ਜੇਕਰ ਅਸੀਂ ਸ਼ੁੱਧ ਕਾਪਰ ਤਾਂਬਾ ਪ੍ਰਾਪਤ ਕਰਨਾ ਹੈ ਤਾਂ ਕਾਪਰ ਦੇ ਇਲੈਕਟ੍ਰਾਡ ਅਤੇ ਕਾਪਰ ਤਾਂਬਾ ਸਲਫੇਟ ਦਾ ਘੋਲ ਲਿਆ ਜਾਵੇਗਾ। ਅਸ਼ੁੱਧ ਕਾਪਰ ਦੀ ਪਲੇਟ ਜਿਸ ਵਿੱਚ ਅਸ਼ੁੱਧੀਆਂ ਹਨ ਨੂੰ ਬੈਟਰੀ ਦੇ ਧਨ ਟਰਮੀਨਲ ਐਨੋਡ ਨਾਲ ਜੋੜਿਆ ਜਾਵੇਗਾ ਅਤੇ ਸ਼ੁੱਧ ਕਾਪਰ ਦੀ ਪਲੇਟ ਨੂੰ ਬੈਟਰੀ ਦੇ ਰਿਣ ਟਰਮੀਨਲ ਕੈਥੋਡ ਨਾਲ ਜੋੜਿਆ ਜਾਵੇਗਾ। ਬਿਜਲੀ ਧਾਰਾ ਲੰਘਾਉਣ ਤੇ ਅਸ਼ੁੱਧ ਕਾਪਰ ਦੇ ਨਮੂਨੇ ਜਾਂ ਧਨ ਇਲੈਕਟ੍ਰਾਡ ਤੋਂ ਕਾਪਰ ਆਇਨ ਘੋਲ ਵਿੱਚ ਜਾਂਦੇ ਹਨ ਅਤੇ ਰਿਣ ਇਲੈਕਟ੍ਰਾਡ ਉੱਤੇ ਜਮ੍ਹਾਂ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਨੂੰ ਰਿਣ ਇਲੈਕਟ੍ਰਾਡ ਜਾਂ ਕੈਥੋਡ ਉੱਤੇ ਸ਼ੁੱਧ ਕਾਪਰ ਪ੍ਰਾਪਤ ਹੋ ਜਾਂਦਾ ਹੈ। 12ਵਾਂ ਪ੍ਰਸ਼ਨ, ਬਿਜਲੀ ਮੁਲੰਮਾ ਕਰਨ ਦੇ ਕੋਈ 5 ਲਾਭ ਲਿਖੋ। ਬਿਜਲੀ ਮੁਲੰਮਾ ਕਰਨ ਦੇ ਲਾਭ ਬਹੁਤ ਸਾਰੇ ਲਾਭ ਹਨ। ਬਿਜਲੀ ਮੁਲੰਮਾ ਕਰਨ ਨਾਲ ਧਾਤਾਂ ਨੂੰ ਖਰਾਬ ਹੋਣ ਤੋਂ ਬਚਾਇਆ ਜਾਂਦਾ ਹੈ। ਬਿਜਲੀ ਮੁਲੰਮਾ ਕਰਨ ਨਾਲ ਆਮ ਧਾਤ ਉੱਤੇ ਵਧੀਆ ਧਾਤ ਦੀ ਪਰਤ ਚੜਾਈ ਜਾ ਸਕਦੀ ਹੈ। ਕ੍ਰੋਮੀਅਮ ਧਾਤ ਚਮਕਦਾਰ ਹੁੰਦੀ ਹੈ ਅਤੇ ਸਖਤ ਹੋਣ ਕਾਰਨ ਚਰੀਟ ਤੋਂ ਬਚਾ ਸਕਦੀ ਹੈ। ਬਿਜਲੀ ਮੁਲੰਮਾ ਕਰਨ ਵਿਧੀ ਨਾਲ ਸਸਤੀ ਧਾਤ ਦੀਆਂ ਵਸਤੂਆਂ ਜਿਵੇਂ ਰਿਮ, ਗੈਸ ਬਰਨਰ, ਕਾਰ ਦੇ ਹਿੱਸਿਆਂ ਉੱਤੇ ਕ੍ਰੋਮੀਅਮ ਦੀ ਪਰਤ ਚੜਾ ਲਈ ਜਾਂਦੀ ਹੈ। ਬਿਜਲੀ ਮੁਲੰਮਾ ਕਰਨ ਨਾਲ ਗੈਲਵੇਨਾਈਜੇਸ਼ਨ ਕਿਰਿਆ ਰਾਹੀਂ ਲੋਹੇ ਉੱਤੇ ਜ਼ਿੰਕ ਧਾਤ ਦੀ ਪਰਤ ਚੜਾ ਕੇ ਲੋਹੇ ਨੂੰ ਖੋਰਨ ਤੋਂ ਬਚਾਇਆ ਜਾਂਦਾ ਹੈ। ਬਿਜਲੀ ਮੁਲੰਮਾ ਕਰਨ ਕਿਰਿਆ ਰਾਹੀਂ ਸਸਤੀਆਂ ਧਾਤਾਂ ਨਾਲ ਬਣੇ ਗਹਿਣਿਆਂ ਉੱਤੇ ਸੋਨੇ ਜਾਂ ਚਾਂਦੀ ਦੀ ਪਰਤ ਚੜਾ ਲਈ ਜਾਂਦੀ ਹੈ। ਭੋਜਨ ਪਦਾਰਥ ਸਟੋਰ ਕਰਨ ਵਾਲੇ ਲੋਹੇ ਦੇ ਬਰਤਨਾਂ ਉੱਤੇ ਬਿਜਲੀ ਮੁਲੰਮਾ ਕਰਨ ਕਿਰਿਆ ਰਾਹੀਂ ਟਿਨ ਦੀ ਪਰਤ ਚੜਾਈ ਜਾਂਦੀ ਹੈ। ਇਸ ਤਰ੍ਹਾਂ ਭੋਜਨ ਪਦਾਰਥ ਲੋਹੇ ਦੇ ਸੰਪਰਕ ਵਿੱਚ ਨਹੀਂ ਆਉਂਦੇ ਅਤੇ ਖਰਾਬ ਹੋਣ ਤੋਂ ਬਚ ਜਾਂਦੇ ਹਨ। 13ਵਾਂ ਪ੍ਰਸ਼ਨ, ਭੂਚਾਲ ਸਮੇਂ ਨੁਕਸਾਨ ਨੂੰ ਘਟਾਉਣ ਲਈ ਵਰਤੀਆਂ ਜਾਂਦੀਆਂ ਕੁਝ ਸਾਵਧਾਨੀਆਂ ਲਿਖੋ। ਆਓ ਭੂਚਾਲ ਸਮੇਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਦੇ ਤਰੀਕੇ ਬਾਰੇ ਗੱਲਬਾਤ ਕਰਦੇ ਹਾਂ। ਭੂਚਾਲ ਰੋਧਕ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇ। ਘਰ ਦੀਆਂ ਭਾਰੀਆਂ ਵਸਤੂਆਂ ਨੂੰ ਦੀਵਾਰਾਂ ਨਾਲ ਸਥਿਰ ਕੀਤਾ ਜਾਵੇ ਤਾਂ ਕਿ ਉਹ ਭੂਚਾਲ ਆਉਣ ਤੇ ਡਿੱਗ ਨਾ ਸਕਣ। ਉੱਚੀਆਂ ਇਮਾਰਤਾਂ ਵਿੱਚ ਅੱਗ ਬੁਝਾਊ ਯੰਤਰ ਹੋਣੇ ਚਾਹੀਦੇ ਹਨ। ਲੰਮੀਆਂ ਅਤੇ ਭਾਰੀਆਂ ਵਸਤੂਆਂ ਤੋਂ ਦੂਰ ਰਹੋ। ਭੂਚਾਲ ਦੇ ਸਮੇਂ ਕਿਸੇ ਮਜ਼ਬੂਤ ਵੱਡੇ ਮੇਜ਼ ਹੇਠਾਂ ਪਨਾਹ ਲਵੋ। ਭੂਚਾਲ ਦੇ ਸਮੇਂ ਚੱਲਦੇ ਵਾਹਨ ਨੂੰ ਧੀਮਾ ਕਰਕੇ ਖਾਲੀ ਸਥਾਨ ਵਿੱਚ ਰੋਕੋ। 14ਵਾਂ ਪ੍ਰਸ਼ਨ, ਬਿਜਲੀ ਧਾਰਾ ਦੇ ਕੁਝ ਪ੍ਰਭਾਵ ਲਿਖੋ। ਬਿਜਲੀ ਧਾਰਾ ਦੇ ਪ੍ਰਭਾਵ 3 ਭਾਗਾਂ ਵਿੱਚ ਵੰਡਿਆ ਹੋਇਆ ਹੈ। ਪਹਿਲਾ ਪ੍ਰਭਾਵ, ਰਸਾਇਣਿਕ ਪ੍ਰਭਾਵ। ਬਿਜਲੀ ਧਾਰਾ ਨਾਲ ਰਸਾਇਣਿਕ ਪਰਿਵਰਤਨ ਕਰਵਾਇਆ ਜਾ ਸਕਦਾ ਹੈ। ਉਦਾਹਰਣ, ਪਾਣੀ ਦਾ ਬਿਜਲੀ ਅਪਘਟਨ। ਦੂਜਾ ਪ੍ਰਭਾਵ, ਤਾਪਨ ਪ੍ਰਭਾਵ। ਬਿਜਲੀ ਧਾਰਾ ਨਾਲ ਤਾਪ ਪੈਦਾ ਕੀਤਾ ਜਾ ਸਕਦਾ ਹੈ। ਉਦਾਹਰਣ, ਬਿਜਲੀ ਹੀਟਰ ਤਾਪ ਪੈਦਾ ਕਰਦਾ ਹੈ। ਤੀਜਾ ਪ੍ਰਭਾਵ, ਚੁੰਬਕੀ ਪ੍ਰਭਾਵ। ਬਿਜਲੀ ਧਾਰਾ ਵਾਹਕ ਚਾਲਕ ਦੇ ਆਲੇ ਦੁਆਲੇ ਚੁੰਬਕੀ ਖੇਤਰ ਹੁੰਦਾ ਹੈ, ਭਾਵ ਬਿਜਲੀ ਨਾਲ ਚੁੰਬਕ ਬਣਾਇਆ ਜਾ ਸਕਦਾ ਹੈ ਜਿਸ ਨੂੰ ਬਿਜਲ ਚੁੰਬਕ ਕਹਿੰਦੇ ਹਨ। 15ਵਾਂ ਪ੍ਰਸ਼ਨ, ਰਗੜ ਘਟਾਉਣ ਲਈ ਕੁਝ ਤਰੀਕੇ ਲਿਖੋ। ਰਗੜ ਘਟਾਉਣ ਦੇ ਤਰੀਕਿਆਂ ਬਾਰੇ ਗੱਲਬਾਤ ਕਰਦੇ ਹਾਂ। ਸੰਪਰਕ ਸਤ੍ਹਾ ਨੂੰ ਪਾਲਿਸ਼ ਕਰਕੇ ਸਮਤਲ ਜਾਂ ਚਿਕਣਾ ਬਣਾ ਦਿੱਤਾ ਜਾਵੇ ਤਾਂ ਰਗੜ ਬਲ ਘਟ ਜਾਂਦਾ ਹੈ। ਸੰਪਰਕ ਸਤ੍ਹਾ ਤੇ ਪਾਊਡਰ, ਤੇਲ, ਗਰੀਸ ਜਾਂ ਹੋਰ ਲੁਬਰੀਕੈਂਟ ਦੀ ਵਰਤੋਂ ਨਾਲ ਰਗੜ ਬਲ ਘਟ ਜਾਂਦਾ ਹੈ। ਉਦਾਹਰਣ, ਕੈਰਮ ਬੋਰਡ ਉੱਤੇ ਪਾਊਡਰ ਪਾਉਣ ਨਾਲ ਰਗੜ ਘੱਟ ਕੀਤੀ ਜਾ ਸਕਦੀ ਹੈ। ਸਰਕਣਸ਼ੀਲ ਰਗੜ ਨੂੰ ਵੇਲਈ ਰਗੜ ਵਿੱਚ ਬਦਲ ਕੇ ਰਗੜ ਬਲ ਘੱਟ ਹੋ ਜਾਂਦਾ ਹੈ। ਦ੍ਰਵ ਰਗੜ ਘਟਾਉਣ ਲਈ ਵਸਤੂਆਂ ਜਾਂ ਆਵਾਜਾਈ ਦੇ ਸਾਧਨਾਂ ਨੂੰ ਤਾਰਾਰੇਖਿਤ ਸ਼ਕਲ ਦਿੱਤੀ ਜਾਂਦੀ ਹੈ। 16ਵਾਂ ਪ੍ਰਸ਼ਨ, ਇੱਕ ਕਿਰਿਆ ਰਾਹੀਂ ਦਰਸਾਓ ਕਿ ਤਰਲਾਂ ਦਾ ਦਬਾਅ ਡੂੰਘਾਈ ਨਾਲ ਵੱਧਦਾ ਹੈ। ਇਸ ਕਿਰਿਆ ਨੂੰ ਆਮ ਤੌਰ ਤੇ ਆਪਣੇ ਘਰਾਂ ਵਿੱਚ ਵੀ ਕਰ ਸਕਦੇ ਹਾਂ। ਆਓ ਇਸ ਕਿਰਿਆ ਲਈ ਲੋੜੀਂਦੇ ਸਮਾਨ ਅਤੇ ਕਦਮਾਂ ਬਾਰੇ ਗੱਲਬਾਤ ਕਰੀਏ। ਪਲਾਸਟਿਕ ਦੀ ਇੱਕ ਬੋਤਲ ਲਵੋ। ਇਸ ਦੇ ਇੱਕ ਪਾਸੇ ਵੱਖ-ਵੱਖ ਉਚਾਈਆਂ ਤੇ 3 ਛੇਦ ਕਰੋ। ਹੁਣ ਬੋਤਲ ਨੂੰ ਪਾਣੀ ਨਾਲ ਭਰੋ। ਅਸੀਂ ਦੇਖਦੇ ਹਾਂ ਕਿ ਸਭ ਤੋਂ ਹੇਠਲੇ ਛੇਕ ਵਿੱਚੋਂ ਪਾਣੀ ਬੋਤਲ ਤੋਂ ਸਭ ਤੋਂ ਦੂਰ ਵੱਲ ਜਾ ਕੇ ਡਿੱਗਦਾ ਹੈ ਅਤੇ ਸਭ ਤੋਂ ਉਚਾਈ ਵਾਲੇ ਛੇਕ ਤੋਂ ਪਾਣੀ ਬੋਤਲ ਤੋਂ ਸਭ ਤੋਂ ਨੇੜੇ ਡਿੱਗਦਾ ਹੈ। ਵਿਚਕਾਰਲੇ ਛੇਕ ਵਾਲਾ ਪਾਣੀ ਇਹਨਾਂ ਦੋਨਾਂ ਦੂਰੀਆਂ ਦੇ ਵਿਚਕਾਰ ਜਾ ਕੇ ਡਿੱਗਦਾ ਹੈ। ਇਸ ਕਿਰਿਆ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਤਰਲਾਂ ਦਾ ਦਬਾਅ ਡੂੰਘਾਈ ਨਾਲ ਵੱਧਦਾ ਹੈ। 17ਵਾਂ ਪ੍ਰਸ਼ਨ, ਤਰਲਾਂ ਦਾ ਦਬਾਅ ਇਸ ਦੀ ਸਤ੍ਹਾ ਦੀ ਬਰਤਨ ਵਿੱਚ ਉਚਾਈ ਤੇ ਨਿਰਭਰ ਕਰਦਾ ਹੈ। ਇੱਕ ਕਿਰਿਆ ਰਾਹੀਂ ਸਮਝਾਓ।
ਇਸ ਕਿਰਿਆ ਲਈ ਪਾਰਦਰਸ਼ੀ ਕੱਚ ਦੀ ਇੱਕ ਨਲੀ ਲਓ ਜਿਸ ਦੇ ਦੋਵੇਂ ਸਿਰੇ ਖੁੱਲ੍ਹੇ ਹੋਣ। ਇਸ ਨਲੀ ਦੇ ਨਿਚਲੇ ਸਿਰੇ ਤੇ ਗੁਬਾਰੇ ਦੀ ਪਤਲੀ ਰਬੜ ਦੀ ਸ਼ੀਟ ਕੱਸ ਕੇ ਬੰਨ੍ਹ ਦਿਓ। ਪਾਈਪ ਨੂੰ ਖੜੇ ਦਾਰ ਸਥਿਤੀ ਵਿੱਚ ਰੱਖਦੇ ਹੋਏ ਵਿਚਕਾਰੋਂ ਫੜੋ। ਆਪਣੇ ਕਿਸੇ ਦੋਸਤ ਨੂੰ ਨਲੀ ਵਿੱਚ ਪਾਣੀ ਭਰਨ ਲਈ ਕਹੋ। ਪਾਣੀ ਭਰਨ ਨਾਲ ਗੁਬਾਰੇ ਦੀ ਸ਼ੀਟ ਫੁੱਲ ਜਾਂਦੀ ਹੈ। ਹੁਣ ਦੋਸਤ ਦੁਆਰਾ ਨਲੀ ਵਿੱਚ ਹੋਰ ਪਾਣੀ ਪਵਾਓ। ਰਬੜ ਸ਼ੀਟ ਦੇ ਫੁਲਾਅ ਅਤੇ ਪਾਣੀ ਦੇ ਕਾਲਮ ਦੀ ਉਚਾਈ ਨੋਟ ਕਰੋ। ਇਸ ਕਿਰਿਆ ਤੋਂ ਸਿੱਧ ਹੁੰਦਾ ਹੈ ਕਿ ਪਾਣੀ ਕਿਸੇ ਬਰਤਨ ਦੇ ਤਲੇ ਤੇ ਦਬਾਅ ਪਾਉਂਦਾ ਹੈ ਅਤੇ ਤਲ ਤੇ ਲੱਗਣ ਵਾਲੇ ਇਹ ਦਬਾਅ ਪਾਣੀ ਦੇ ਕਾਲਮ ਦੀ ਉਚਾਈ ਤੇ ਨਿਰਭਰ ਕਰਦਾ ਹੈ। ਜੇਕਰ ਕਾਲਮ ਦੀ ਉਚਾਈ ਵੱਧ ਹੋਵੇਗੀ ਤਾਂ ਤਲ ਤੇ ਦਬਾਅ ਵੀ ਵੱਧ ਹੋਵੇਗਾ। 18ਵਾਂ ਪ੍ਰਸ਼ਨ, ਮਨੁੱਖੀ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ ਹੈ? ਮਨੁੱਖ ਵਿੱਚ ਲਿੰਗ ਨਿਰਧਾਰਨ ਲਿੰਗੀ ਗੁਣਸੂਤਰਾਂ ਦੁਆਰਾ ਕੀਤਾ ਜਾਂਦਾ ਹੈ। ਨਰ ਵਿੱਚ ਲਿੰਗੀ ਗੁਣਸੂਤਰ XY ਹੁੰਦੇ ਹਨ ਅਤੇ ਮਾਦਾ ਵਿੱਚ ਲਿੰਗੀ ਗੁਣਸੂਤਰ XX ਹੁੰਦੇ ਹਨ। ਮਾਦਾ ਦੇ ਸਾਰੇ ਯੁਗਮਕਾਂ ਅੰਡਾਣੂ ਵਿੱਚ X ਲਿੰਗੀ ਗੁਣਸੂਤਰ ਹੁੰਦਾ ਹੈ। ਦੂਜੇ ਪਾਸੇ ਨਰ ਦੇ ਅੱਧੇ ਯੁਗਮਕਾਂ ਸ਼ੁਕਰਾਣੂ ਵਿੱਚ X ਲਿੰਗੀ ਗੁਣਸੂਤਰ ਹੁੰਦਾ ਹੈ ਤੇ ਅੱਧੇ ਯੁਗਮਕਾਂ ਵਿੱਚ Y ਲਿੰਗੀ ਗੁਣਸੂਤਰ ਹੁੰਦਾ ਹੈ। ਨਿਸ਼ੇਚਨ ਸਮੇਂ ਜੇਕਰ ਨਰ ਦਾ Y ਗੁਣਸੂਤਰ ਮਾਦਾ ਦੇ X ਯੁਗਮਕ ਨਾਲ ਮਿਲਦਾ ਹੈ ਤਾਂ ਨਰ ਸੰਤਾਨ ਪੈਦਾ ਹੁੰਦੀ ਹੈ। ਜੇਕਰ ਨਰ ਦਾ X ਗੁਣਸੂਤਰ ਵਾਲਾ ਯੁਗਮਕ ਮਾਦਾ ਦੇ X ਯੁਗਮਕ ਨਾਲ ਮਿਲਦਾ ਹੈ ਤਾਂ ਮਾਦਾ ਸੰਤਾਨ ਪੈਦਾ ਹੁੰਦੀ ਹੈ। 19ਵਾਂ ਪ੍ਰਸ਼ਨ, ਚਿੱਤਰ ਦੀ ਸਹਾਇਤਾ ਨਾਲ ਡੱਡੂ ਦੇ ਜੀਵਨ ਚੱਕਰ ਦਾ ਵਰਣਨ ਕਰੋ। ਡੱਡੂ ਦੇ ਜੀਵਨ ਚੱਕਰ ਵਿੱਚ 3 ਵੱਖ-ਵੱਖ ਪੜਾਅ ਵੇਖੇ ਜਾਂਦੇ ਹਨ। ਅੰਡੇ ਤੋਂ ਟੈਡਪੋਲ ਲਾਰਵਾ ਬਣਦਾ ਹੈ ਅਤੇ ਟੈਡਪੋਲ ਮਲਾਰਵਾ ਇੱਕ ਬਾਲਗ ਡੱਡ ਵਿੱਚ ਵਿਕਸਿਤ ਹੁੰਦਾ ਹੈ। ਇੱਕ ਟੈਡਪੋਲ ਲਾਰਵਾ ਬਾਲਗ ਡੱਡੂ ਤੋਂ ਬਹੁਤ ਭਿੰਨ ਹੁੰਦਾ ਹੈ। ਅਜਿਹੇ ਪ੍ਰਭਾਵਸ਼ਾਲੀ ਪਰਿਵਰਤਨ ਜਿਨ੍ਹਾਂ ਕਰਕੇ ਇੱਕ ਟੈਡਪੋਲ ਲਾਰਵਾ ਬਾਲਗ ਡੱਡੂ ਵਿੱਚ ਪਰਿਵਰਤਿਤ ਹੁੰਦਾ ਹੈ, ਉਸ ਨੂੰ ਕਾਇਆ ਪਰਿਵਰਤਨ ਜਾਂ ਕਾਇਆ ਰੂਪਾਂਤਰਨ ਕਹਿੰਦੇ ਹਨ। 20ਵਾਂ ਪ੍ਰਸ਼ਨ, ਰੂੜੀ ਖਾਦ ਅਤੇ ਰਸਾਇਣਿਕ ਖਾਦ ਵਿਚਕਾਰ ਅੰਤਰ ਲਿਖੋ। ਆਓ ਸਭ ਤੋਂ ਪਹਿਲਾਂ ਰੂੜੀ ਖਾਦ ਬਾਰੇ ਗੱਲਬਾਤ ਕਰਦੇ ਹਾਂ। ਰੂੜੀ ਖਾਦ ਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਖੇਤਾਂ ਵਿੱਚ ਬਣਾਈ ਜਾਂਦੀ ਹੈ। ਇਹ ਜੈਵਿਕ ਵਿਅਰਥ ਪਦਾਰਥਾਂ ਤੋਂ ਬਣੀ ਹੁੰਦੀ ਹੈ। ਇਹ ਭੂਮੀ ਨੂੰ ਮੱਲੜ ਪ੍ਰਦਾਨ ਕਰਦੀ ਹੈ। ਰੂੜੀ ਖਾਦਾਂ ਵਿੱਚ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਘੱਟ ਮਾਤਰਾ ਵਿੱਚ ਬਹੁਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹਨਾਂ ਨੂੰ ਸਟੋਰ ਕਰਨ ਲਈ ਵੱਡੇ ਖੇਤਰ ਦੀ ਲੋੜ ਪੈਂਦੀ ਹੈ। ਇਹ ਮੀਂਹ ਅਤੇ ਧੁੱਪ ਵਿੱਚ ਖਰਾਬ ਨਹੀਂ ਹੁੰਦੀ। ਇਹ ਪਾਣੀ ਵਿੱਚ ਬਹੁਤ ਘੱਟ ਘੁਲਣਸ਼ੀਲ ਹੋਣ ਕਾਰਨ ਪੌਦਿਆਂ ਦੁਆਰਾ ਧੀਮੀ ਦਰ ਨਾਲ ਸੌਖੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਭੂਮੀ ਪ੍ਰਦੂਸ਼ਣ ਨਹੀਂ ਹੁੰਦਾ। ਹੁਣ ਅਸੀਂ ਰਸਾਇਣਕ ਖਾਦ ਬਾਰੇ ਗੱਲਬਾਤ ਕਰਦੇ ਹਾਂ। ਇਹ ਅਜੈਵਿਕ ਪਦਾਰਥਾਂ ਦੀ ਬਣੀ ਹੁੰਦੀ ਹੈ। ਇਹ ਕਾਰਖਾਨਿਆਂ ਵਿੱਚ ਬਣਾਈ ਜਾਂਦੀ ਹੈ। ਇਹ ਅਕਾਰਬਨਿਕ ਲੂਣਾਂ ਦੀ ਬਣੀ ਹੁੰਦੀ ਹੈ। ਇਹ ਭੂਮੀ ਨੂੰ ਮੱਲੜ ਨਹੀਂ ਪ੍ਰਦਾਨ ਕਰਦੀ। ਰਸਾਇਣਿਕ ਖਾਦਾਂ ਵਿੱਚ ਰੂੜੀ ਖਾਦਾਂ ਦੀ ਤੁਲਨਾ ਵਿੱਚ ਵੱਧ ਬਹੁ-ਮਾਤਰੀ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹਨਾਂ ਨੂੰ ਪਲਾਸਟਿਕ ਦੇ ਥੈਲਿਆਂ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਇਹ ਮੀਂਹ ਅਤੇ ਵੱਧ ਧੁੱਪ ਵਿੱਚ ਖਰਾਬ ਹੋ ਜਾਂਦੀਆਂ ਹਨ। ਇਹ ਪਾਣੀ ਵਿੱਚ ਵੱਧ ਘੁਲਣਸ਼ੀਲ ਹੋਣ ਕਾਰਨ ਤੇਜ਼ ਗਤੀ ਨਾਲ ਸੋਖੀ ਜਾਂਦੀ ਹੈ। ਇਹਨਾਂ ਦੀ ਵਰਤੋਂ ਨਾਲ ਭੂਮੀ ਪ੍ਰਦੂਸ਼ਣ ਹੁੰਦਾ ਹੈ। ਅੱਜ ਦੀ ਵੀਡੀਓ ਵਿੱਚ ਅਸੀਂ ਸਾਇੰਸ ਵਿਸ਼ੇ ਦੇ ਸਾਰੇ ਪਾਠਾਂ ਦੇ 2 ਅੰਕਾਂ ਅਤੇ 3 ਅੰਕਾਂ ਵਾਲੇ ਪ੍ਰਸ਼ਨਾਂ ਬਾਰੇ ਗੱਲਬਾਤ ਕੀਤੀ ਹੈ। ਵੀਡੀਓ ਦੀ ਜਾਣਕਾਰੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਪੇਪਰ ਲਈ ਸਾਰੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ। ਧੰਨਵਾਦ।